ਆਸਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ जिस में अमृत ज्ञान है माणिक भगत वैराग गुरु ग्रंथ साहिब उदद बंदो कर अनुराग श्री गुर शब्द कमाए जिन जीते पंच बेकार तिन संतन को बंदना सिर चरणन पर तार एक ओंकारा सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए। सतनाम श्री वाहिगुरु साहिब जी दोहरा निंदक जे निंदा कर है कीरत छोट न होए ज्यों दुराई सस पत्र सो शाद्यो जाए ना सोए निंदक जे निंदा कर है। वाहिगुरु जी का खालसा वाहिगुरु जी की फतेह। भगत वत्सल पतित पावन धन धन श्री गुरु नानक देव साहिब जी महाराज धन धन श्री गुरु गोबिंद सिंह साहिब जी महाराज धन धन श्री गुरु ग्रंथ साहिब जी महाराज सतगुरु जी दी साजी निवाजी गुरु प्यारी गुरु रूप साध संगत जीओ आप जी वड्डियां भागां वाले कर्मां वाले हो जो संध्या के समय तो ही सतगुरु महाराज जी के चरणों में नतमस्तक हो करके गुरु जी की धुर की बाणी के जाप सरवण करके लाह प्राप्त कर रहे हो। महाराज जी दे सुंदर दरबार दीवान सज रहे हैं जो रोजाना ही धन धन श्री गुरु नानक देव महाराज जी की पावन पवित्र कथा लड़ीवार रूप में चल रही है। हुण उसका समा है जिवें भाई संतोख सिंह जी ने जो कथा सुना रहे सन ਸਰੋਤਿਆਂ ਨੂੰ जो उन्होंने मन च संसा होया कथा सुन के उस संशे की निवृत्ति करने के संबंध में इस अध्याय में लिखिया कि असाने किस तरह इतिहास लिखना किया। भाई बालेवाल जन्म साखी विच दुष्ट नीच लोगों ने किवें रला पाया वो जो उन्होंने कुसाखियाँ महाराज जी के खिलाफ लिखियाँ भाव अपने वड्डे वडेरियां नूं नरंजीणीए ने लिखिया जो कबीर पंथियां विचों तरलोचनियां सी उसने भगत कबीर जी नूं उत्तम लिखिया। उन्होंने जो ये खोटताई की नीचताई की संगत जी मैं उसनों इस विच नहीं लिखिया है। तो गुरु जी का इतिहास इवें है जिवें उज्जल चिट्टा दुध होवे बड़ा सोहना
ਤੇ ਉਸ ਦੁੱਧ ਵਿੱਚ ਜੇ ਮੱਖੀ ਪੈ ਜਾਵੇ ਤੇ ਸਿਆਣਾ ਪੁਰਸ਼ ਦੁੱਧ ਨਹੀਂ ਸਾਰਾ ਰੋੜ ਦਿੰਦਾ ਹੈ। ਉਹਦੇ ਵਿੱਚ ਮਿੱਠਾ ਪਾ ਕੇ ਉਹ ਮੱਖੀ ਨੂੰ ਕੱਢ ਕੇ ਬਾਹਰ ਮਾਰਦਾ ਹੈ, ਉਸ ਨੂੰ ਗਰਮ ਕਰਕੇ ਮਿੱਠਾ ਪਾ ਕੇ ਛਕਾ ਲੈਂਦਾ ਹੈ। ਇਸੇ ਤਰ੍ਹਾਂ ਹੀ ਜੋ ਗੁਰੂ ਜੀ ਦਾ ਇਤਿਹਾਸ ਹੈ ਤੇ ਦੁੱਧ ਸਮਾਨ ਹੈ ਉਜਲ। ਜਿਹੜੀਆਂ ਦੁਸ਼ਟ ਨੀਚਾਂ ਨੇ ਊਣਤਾਈਆਂ ਨਾਲ ਗੁਸਾਖੀਆਂ ਮਹਾਰਾਜ ਜੀ ਨੂੰ ਨਿਊਨਤਾਈ ਵਿਖਾਉਣ ਵਿੱਚ ਲਿਖੀਆਂ, ਉਹਦੇ ਮੱਖੀ ਵਾਂਗ ਜਾਣ ਲਓ। ਜਿਹੜੇ ਗੁਰੂ ਕੇ ਸਿੱਖ ਹੈ ਉਹ ਇਸ ਨੂੰ ਪੜ੍ਹ ਵਿਚਾਰ ਕੇ ਉਹ ਗੁਸਾਖੀਆਂ ਮੱਖੀ ਵਰਗੀਆਂ ਜਿਹੜੀਆਂ ਕੱਢ ਕੇ ਪਰੇ ਮਾਰਦੇ ਹਨ। ਗੁਰੂ ਜੀ ਦਾ ਪਵਿੱਤਰ ਇਤਿਹਾਸ ਦੁੱਧ ਵਾਂਗ ਉਹ ਮਿੱਠਾ ਪਾ ਕੇ ਛਕ ਲੈਂਦੇ ਹਨ, ਸੁਣਾ ਲੈਂਦੇ ਹਨ। ਕਿਉਂਕਿ ਜਿਨ੍ਹਾਂ ਦੇ ਮਨ ਵਿੱਚ ਸ਼ਰਧਾ ਹੈ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਭੇਦ ਜਾਣਦੇ ਹੈ ਵੀ ਗੁਰੂ ਸਾਹਿਬ ਜੀ ਕਿੰਨੇ ਉੱਤਮ ਹਨ। ਇਸ ਕਰਕੇ ਉਹ ਕੋਈ ਊਣਤਾਈ ਨਾ ਮੰਨ ਹੀ ਸਕਦੇ ਹੈ, ਨਾ ਉਹਨਾਂ ਦੇ ਮੁੱਖੋਂ ਨਿਕਲ ਹੀ ਸਕਦੀ ਹੈ। ਤੇ ਜਿਹੜੇ ਕੋਈ ਇਹੋ ਜਿਹੇ ਕੂੜੇ ਪ੍ਰਚਾਰ ਕਰਨ ਵਾਲੇ ਕੂੜੇ ਵਿਦਵਾਨ, ਉਹ ਜਿੱਥੇ ਕਿਤੇ ਗੁਰੂ ਸਾਹਿਬ ਜੀ ਦੀ ਨਿਊਨਤਾਈ ਇਹ ਖੋਟੇ ਲੋਕਾਂ ਨੇ ਲਿਖੀ ਹੋਈ ਹੈ, ਉਹ ਪ੍ਰਗਟ ਕਰ ਕਰਕੇ ਲੋਕਾਂ ਵਿੱਚ ਸੁਣਾਉਂਦੇ ਹੈ। ਮਾਇਆ ਨੂੰ ਕਮਾਉਣ ਵਾਸਤੇ ਉਲਟਾ ਸਿੱਧਾ ਬੋਲਦੇ ਹੈ, ਵੇਖੋ ਆਹ ਲਿਖਿਆ ਹੈ, ਵੇਖੋ ਆਹ ਲਿਖਿਆ ਹੈ। ਇਵੇਂ ਕਈ ਦਲੀਲਾਂ ਦੇ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਪਰ ਸੂਝਵਾਨ ਜਿਹੜੇ ਗਿਆਨੀ ਪੁਰਸ਼ ਹੈ ਉਹ ਇਹਨਾਂ ਗੱਲਾਂ ਵਿੱਚ ਆਉਂਦੇ ਕੋਈ ਨਹੀਂ। ਉਹ ਤਾਂ ਮਹਾਰਾਜ ਜੀ ਨੂੰ ਗੁਰਬਾਣੀ ਆਧਾਰ ਜਾਣਦੇ ਵੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਇਹ ਸੱਚੇ ਪਾਤਸ਼ਾਹ ਵਰਗਾ ਕੋਈ ਹੋਇਆ ਨਹੀਂ ਹੈ। ਜਿਸ ਕਰਕੇ ਉਹ ਉਹਨਾਂ ਖੋਟੇ ਲੋਕਾਂ ਦੀ ਲਿਖੀਆਂ ਹੋਈਆਂ ਮਾੜੀਆਂ ਸਾਖੀਆਂ ਨਹੀਂ ਪੜ੍ਹਦੇ, ਨਾ ਉਹ ਸੁਣਦੇ ਹੈ, ਨਾ ਉਹਦੀ ਵਿਚਾਰ ਕਰਦੇ ਹਨ। ਤੇ ਜਿਹੜੇ ਇਹੋ ਜਿਹੇ ਕੋਈ ਸਾਧ ਸੰਗਤ ਦੀ ਹੁਜਤ ਵਾਲੇ ਲੋਕ ਹੁੰਦੇ ਹੈ, ਸਾਖਤ ਮਨ ਬਾਣੀ ਸਰੀਰ ਕਰਕੇ ਮਾਇਆ ਦੇ ਪੁੱਤ ਪੈਸੇ ਕਮਾਉਣ ਵਾਲੇ ਲੋਕ, ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਉਹਨਾਂ ਨੂੰ ਮੈਂ ਸਮਝਾਉਂਦਾ ਨਹੀਂ ਹਾਂ। ਉਹਨਾਂ ਨੂੰ ਮੈਂ ਇਹ ਨਹੀਂ ਕਹਿੰਦਾ ਹਾਂ ਕਿ ਤੁਸੀਂ ਮੇਰੀ ਗੱਲ ਹੀ ਮੰਨੋ, ਕਿਉਂਕਿ ਉਹ ਮੰਨ ਹੀ ਨਹੀਂ ਸਕਦੇ, ਉਹ ਨਹੀਂ ਸਮਝਦੇ ਹੁੰਦੇ। ਗੁਰਬਾਣੀ 'ਚ ਬਚਨ ਹੈ ਮਨਮੁਖ ਲੋਕ ਸਮਝਾਈਐ ਕਦੋਂ ਸਮਝਾਇਆ ਜਾਏ। ਉਹ ਨਹੀਂ ਸਮਝਾਇਆ ਸਮਝਦਾ ਹੈ, ਕਿਉਂਕਿ ਉਹਦੇ ਦੇਣੀ ਮਾੜੇ ਹੈ। ਮਨਮੁਖ ਰਲਾਇਆ ਨਾ ਰਲਾਇ ਪਿਆ ਕਿਰਤ ਫਿਰ ਆਏ। ਉਹਦੇ ਮੱਥੇ 'ਚ ਕਿਰਤ ਇਹੋ ਜਿਹੀ ਪਈ ਹੈ ਕਿ ਤੂੰ ਮੰਨਣੀ ਨਹੀਂ ਕਿਸੇ ਦੀ, ਤੂੰ ਆਪਣੀ ਮਰਜ਼ੀ ਕਰਨੀ ਹੈ। ਕਹਿੰਦੇ ਹੈ ਭਾਈ ਸੰਤੋਖ ਸਿੰਘ ਜੀ ਵੀ ਇਹੋ ਜਿਹਿਆਂ ਨੂੰ ਜੇ ਕਦੇ ਆ ਕੇ ਬ੍ਰਹਮਾ ਵੀ ਸਮਝ ਆਵੇ, ਜਿਸ ਨੇ ਸਰੀਰ ਬਣਾਇਆ ਪਰਮੇਸ਼ਰ ਦੀ ਆਗਿਆ ਨਾਲ, ਉਹ ਲੋਕ ਇਹ ਗੱਲ ਨਹੀਂ ਮੰਨਦੇ। ਉਹ ਬ੍ਰਹਮਾ ਦੀ ਵੀ ਨਹੀਂ ਮੰਨ ਸਕਦੇ, ਉਹਨੂੰ ਵੀ ਉਲਟਾ ਉਹ ਜਵਾਬ ਦੇਣਗੇ। ਛਾੜ ਕੁ ਚਰਚਾ ਆਨ ਨਾ ਜਨ ਹੈ, ਬ੍ਰਹਮਾ ਹੋ ਕੋ ਕਹਿਓ ਨਾ ਮਨ ਹੈ। ਬ੍ਰਹਮਾ ਜੀ ਦਾ ਕਹਿਆ ਨਹੀਂ ਮੰਨਦੇ। ਭਗਤ ਮਹਾਰਾਜ ਜੀ ਨੇ ਬਚਨ ਲਿਖੇ ਹੈ। ਇਵੇਂ ਸਾਧ ਸੰਗਤ ਜੀ ਉਹ ਜੋ ਇਤਿਹਾਸ ਦੇ ਸੰਬੰਧੀ ਸਰੋਤਿਆਂ ਦਾ ਜਿਹੜਾ ਸੰਸਾ ਭਰਮ ਨਿਵਿਰਤ ਕੀਤਾ, ਉਹ ਪ੍ਰਸੰਗ ਆਪਾਂ ਸਰਵਣ ਕਰ ਰਹੇ ਹਾਂ। ਅੱਗੇ ਜਿਵੇਂ ਪ੍ਰਸੰਗ ਕਥਾ ਆ ਰਹੀ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀਸ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਿੰਦਕ ਜੇ ਨਿੰਦਾ ਕਰਹਿ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਹੈ ਉਹ ਤਾਂ ਹੈ ਸੂਰਜ ਸਮਾਨ, ਉਹਨਾਂ ਦੀ ਕੀਰਤੀ ਵਡਿਆਈ। ਜਿਹੜੇ ਨਿੰਦਕ ਲੋਕ ਨਿੰਦਿਆ ਕਰਨ ਵਾਲੇ ਮਹਾਰਾਜ ਜੀ ਦੀ ਜਿਹੜੀ ਨਿੰਦਿਆ ਕਰਦੇ ਹੈ, ਕੂੜਾ ਬੋਲਦੇ ਹੈ, ਝੂਠਾ ਬੋਲਦੇ ਹੈ ਵਿਦਵਾਨ ਬਣ ਕੇ, ਅਤੇ ਜਾਂ ਕੋਈ ਨੀਚ ਲੋਕ ਆਪਣੀ ਵਡਿਆਈ ਨੂੰ ਉੱਚਾ ਕਰਨ ਵਾਸਤੇ ਗੁਰੂ ਸਾਹਿਬ ਜੀ ਨੂੰ ਨੀਵਾਂ ਦਿਖਾਉਂਦੇ ਹਨ, ਉਹਦੇ ਉੱਲੂਆਂ ਵਰਗੇ ਹੈ।
ਜਿਵੇਂ ਉੱਲੂ ਨੂੰ ਮੌਤ ਪੈ ਜਾਂਦੀ ਹੈ ਸੂਰਜ ਚੜ੍ਹੇ ਤੇ ਉਹਦੇ ਹੁਣ ਕਮੀ ਹੈ ਉੱਲੂ ਵਿੱਚ, ਉਹ ਸੂਰਜ ਵਿੱਚ ਦੋਸ਼ ਕੱਢਦਾ ਹੈ। ਕਹਿੰਦੇ ਜਿਹੜੇ ਨਿੰਦਿਆ ਕਰਦੇ ਮਹਾਰਾਜ ਜੀ ਦੀ, ਉਹ ਦਿਵ ਵਰਸ਼, ਹਜ਼ਾਰਾਂ ਹੀ ਦਿਵ ਵਰਸ਼ ਉਹ ਨਰਕਾਂ 'ਚ ਪੈਂਦੇ ਹੈ। ਅਤੇ ਦਿਵ ਵਰਸ਼ ਕਿੰਨਾ ਤਕੜਾ ਹੁੰਦਾ ਹੈ, ਕੱਲ੍ਹ ਆਪਾਂ ਵਿਚਾਰ ਕੀਤੀ ਸੀ ਕਿ 24 ਘੰਟੇ ਜਿਹੜਾ ਦਿਨ ਹੈ ਉਹ ਸਾਡਾ 24 ਘੰਟਿਆਂ ਦਾ। ਅਤੇ ਇਸੇ ਤਰ੍ਹਾਂ ਹੀ ਬ੍ਰਹਮਾ ਜੀ ਦੇ 24 ਘੰਟੇ ਹੈ, ਉਹ ਕਿਸ ਤਰ੍ਹਾਂ ਕਿ ਸਾਡੇ 360 ਦਿਨਾਂ ਦਾ ਜਾਂ 365 ਦਿਨਾਂ ਦਾ ਇੱਕ ਸਾਲ ਬਣਦਾ ਹੈ। ਅਤੇ ਸਤਿਯੁਗ ਦੀ ਉਮਰ ਲਿਖੀ ਹੈ 17,28,000 ਵਰੇ ਸਤਿਯੁਗ ਦੀ ਉਮਰ ਸੀ। ਤ੍ਰੇਤੇ ਦੀ ਉਮਰ 12,96,000 ਵਰੇ। ਦੁਆਪਰ ਦੀ 8,64,000 ਵਰੇ ਉਮਰ। ਕਲਯੁਗ ਦੀ 4,32,000 ਉਮਰ ਹੈ। ਇਹ ਉਮਰ ਗ੍ਰੰਥਾਂ ਵਿੱਚ ਲਿਖੀ ਹੋਈ ਹੈ। ਸਾਰੀ ਜਿਹੜੀ 4 ਯੁੱਗਾਂ ਦੀ ਉਮਰ ਹੈ 43,20,000 ਹੈ। 43,20,000 4 ਯੁੱਗਾਂ ਦੀ ਉਮਰ ਹੋ ਜਾਵੇ, ਇਹਨੂੰ ਕਹੀਦਾ ਚੌਂਕੜੀ। ਇਹੋ ਜਿਹੀ 1000 ਚੌਂਕੜੀ ਬੀਤ ਜਾਵੇ ਤੇ ਬ੍ਰਹਮਾ ਦੇ 12 ਘੰਟੇ ਬਣਦੇ, ਦਿਨ ਬਣਦਾ। 43,20,000 ਹੀ ਬੀਤ ਜਾਣ ਤੇ ਬ੍ਰਹਮਾ ਦੇ ਰਾਤ ਬਣਦੀ ਹੈ, ਭਾਵ 2000 ਚੌਂਕੜੀ। ਅਤੇ ਉਹ ਜਿਹੜੀ 2000 ਚੌਂਕੜੀ ਦਾ ਬ੍ਰਹਮਾ ਦਾ ਰਾਤ ਦਿਨ, ਉਹਨੂੰ ਕਿਹਾ ਜਾਂਦਾ ਹੈ ਕਲਪ। ਲੇਖਾ ਜੋਖਾ ਕੋਈ ਨਹੀਂ ਕਿੰਨਾ ਵਰਾ ਬਣਦਾ। ਉਹ ਕਲਪ ਦਿਨਾਂ ਦਾ ਜਿਹੜਾ ਬ੍ਰਹਮਾ ਦਾ ਕਲਪ ਦਿਨ ਹੈ, ਉਹਦੇ 360 ਜਾਂ 65 ਦਿਨ ਹੋਣ, ਉਹਨੂੰ ਕਹੀਦਾ ਹੈ ਦਿਵ ਵਰਸ਼। ਉਹ ਡਾਕਟਰ ਵੀਰ ਸਿੰਘ ਜੀ ਨੇ ਲਿਖਿਆ ਇਸੇ ਪੋਥੀ ਵਿੱਚ ਵਿਸਥਾਰ ਨਾਲ। ਕੱਲ੍ਹ ਵੀ ਆਪਾਂ ਸਰਵਣ ਕੀਤਾ ਸੀ, ਬੋਲਣ ਵਿੱਚ ਥੋੜ੍ਹਾ ਫਰਕ ਪਿਆ ਸੀ। ਦਿਵ ਵਰਸ਼ ਦੀ ਜਿਹੜਾ ਇੱਕ ਦਿਵ ਵਰਸ਼ ਹੈ, ਉਹਦਾ ਕਿੰਨਾ ਵਰਾ ਬਣਦਾ ਸਾਡਾ ਲੋਕਾਂ ਦਾ? 31 ਖਰਬ 10 ਅਰਬ ਅਤੇ 40 ਕਰੋੜ ਬਣਦਾ ਹੈ ਵਰਾ। ਕਿੰਨਾ ਵਰਾ ਕੋਈ ਗਿਣਤੀ ਮਿਣਤੀ ਕੋਈ ਨਹੀਂ। 31 ਖਰਬ 10 ਅਰਬ ਅਤੇ 40 ਕਰੋੜ, ਇੰਨੇ ਵਰੇ ਸਾਡੇ ਹੋ ਜਾਣ ਅਤੇ ਦਿਵ ਵਰਸ਼ ਬਣਦਾ ਹੈ। ਅਤੇ ਇਹੋ ਜਿਹੇ ਹਜ਼ਾਰਾਂ ਹੀ ਦਿਵ ਵਰਸ਼ ਉਹ ਮਨੁੱਖ ਨਰਕਾਂ ਵਿੱਚ ਪੈਂਦਾ ਹੈ, ਜਿਹੜਾ ਗੁਰੂ ਨਾਨਕ ਸਾਹਿਬ ਜੀ ਦੀ ਨਿੰਦਿਆ ਕਰਦਾ ਹੈ। ਅਤੇ ਫਿਰ ਜਦੋਂ ਉਹਦਾ ਜਨਮ ਹੁੰਦਾ, ਟੇਢੀਆਂ ਜੂਨਾਂ 'ਚ ਸੱਪ, ਪੁੱਠਾ ਹੋ ਕੇ ਸੱਪ, ਮਗਰਮੱਛ, ਠੂੰਹੇ, ਕੋੜ ਕਿਰਲੀਆਂ, ਇਹੋ ਜਿਹਾ ਉਹ ਬਣਦਾ ਹੈ, ਜਿਹੜੇ ਆ ਢਿੱਡ ਭਾਰ ਤੁਰਦੇ ਆ ਜੀਵ। ਅਤੇ ਉਹਨੂੰ ਫਿਰ ਵੀ ਜਨਮ ਨਹੀਂ ਮਿਲਦਾ। ਇਸ ਕਰਕੇ ਉਹ ਨਿੰਦਕ ਲੋਕ ਜਿਹੜੇ ਨਿੰਦਿਆ ਕਰਦੇ, ਉਹਨਾਂ ਨੂੰ ਇੰਨਾ ਘਾਟਾ ਹੁੰਦਾ। ਉਹਨਾਂ ਨੂੰ ਸੁਣ ਲੈਣਾ ਚਾਹੀਦਾ, ਇਤਿਹਾਸ ਪੜ੍ਹ ਲੈਣਾ ਚਾਹੀਦਾ ਵੀ ਨਿੰਦਿਆ ਕਰਨ ਦਾ ਫਲ ਕੀ ਮਿਲੇਗਾ, ਕਿਉਂਕਿ ਨਿੰਦਿਆ ਲੋਕ ਬਹੁਤ ਕਰਦੇ ਆ ਮਹਾਰਾਜ ਦੀ। ਇੱਥੇ ਹੁਣ ਕਹਿ ਰਹੇ ਹਨ, ਨਿੰਦਕ ਜੇ ਨਿੰਦਾ ਕਰਹਿ। ਉੱਥੇ ਪਾਠ ਸ਼ੁਰੂ। ਹਾਂ, ਨਿੰਦਕ ਜੇ ਨਿੰਦਾ ਕਰਹਿ। ਜਿਹੜੇ ਆ ਨਿੰਦਕ ਲੋਕ ਗੁਰੂ ਨਾਨਕ ਸਾਹਿਬ ਜੀ ਦੀ ਨਿੰਦਿਆ ਕਰਦੇ ਹਨ। ਕੀਰਤ ਛੋਟ ਨਾ ਹੋਏ। ਤੇ ਨਿੰਦਿਆ ਕਰਨ ਵਾਲਿਆਂ ਦੇ ਨਿੰਦਿਆ ਕੀਤਿਆਂ ਭਾਈ ਜਿਹੜੀ ਕੀਰਤੀ ਵਡਿਆਈ ਨਾ ਮਹਿਮਾ, ਉਹ ਮਹਾਰਾਜ ਜੀ ਦੀ ਛੋਟੀ ਨਹੀਂ ਹੋ ਜਾਂਦੀ ਹੈ, ਗੁਰੂ ਸਾਹਿਬ ਜੀ ਦੇ ਉੱਤਮ ਹੀ ਰਹਿੰਦੇ ਹਨ। ਜਿਉ ਤੁਰਾਏ ਸਸ ਪੱਤਰ ਸੋ। ਜਿਵੇਂ ਕੋਈ ਪੁਰਸ਼ ਉਹ ਆ ਰੁੱਖ ਦੇ ਪੱਤਿਆਂ ਨਾਲ ਜਿਹੜਾ ਚੰਦਰਮਾ ਨੂੰ ਛਪਾਉਣਾ ਚਾਹੇ, ਛਾਦਿਓ ਜਾਏ ਨਾ ਸੋਏ। ਉਹ ਚੰਦਰਮਾ ਛੁਪ ਨਹੀਂ ਸਕਦਾ। ਜੇ ਕੋਈ ਰੁੱਖ ਦੇ ਪੱਤਿਆਂ ਨਾਲ ਚੰਦਰਮਾ ਦੀ ਰੌਸ਼ਨੀ ਛਪਾਉਣਾ ਚਾਹਵੇ ਵੀ ਮੈਂ ਇਹ ਰਹਿਣ ਨਹੀਂ ਦੇਣੀ ਹੈ, ਹੁਣ ਨਹੀਂ ਦੇਣੀ ਹੈ, ਉਹ ਛਪਾ ਨਹੀਂ ਸਕਦਾ। ਉਹ ਆਪਣੇ ਹੀਲੇ ਨਾਲ ਤੇ ਭਾਵੇਂ ਜਿੱਥੇ ਖੜਾ ਉਨੀ ਕਰ ਸਕਦਾ ਹੈ, ਬਾਕੀ ਉਹ ਚੰਦਰਮਾ ਦੀ ਜਿਹੜੀ ਰੌਸ਼ਨੀ ਉਹਨੂੰ ਛੁਪਾ ਨਹੀਂ ਸਕਦਾ। ਉਹ ਤਾਂ ਪ੍ਰਗਟ ਹੀ ਰਹੇਗੀ, ਕਿਉਂਕਿ ਉਹ ਆਕਾਸ਼ ਤੱਕ ਪਹੁੰਚ ਨਹੀਂ ਸਕਦਾ। ਇਸੇ ਤਰ੍ਹਾਂ ਗੁਰੂ ਜੀ ਦੀ ਜਿਹੜੀ ਕੀਰਤੀ ਵਡਿਆਈ ਹੈ, ਇਹ ਨਿੰਦਕ ਲੋਕ ਉਸ ਨੂੰ ਛੁਪਾ ਨਹੀਂ ਸਕਦੇ, ਛੋਟੀ ਨਹੀਂ ਕਰ ਸਕਦੇ।
ਉਹ ਤੇ ਵੱਡੀ ਹੈ ਮਹਿਮਾ ਗੁਰੂ ਸਾਹਿਬ ਜੀ ਦੀ ਵੱਡੀ ਰਹਿਣੀ ਹੈ। ਚੌਪਈ ਜਿਉ ਰਵ ਕੋ ਉਲੂਕ ਮੁਖ ਨਿੰਦ ਹੈ। ਜਿਵੇਂ ਬਹੁਤ ਉੱਲੂ ਇਕੱਠੇ ਹੋ ਕੇ ਤੇ ਆਪਣੇ ਮੁਖ ਤੋਂ ਸੂਰਜ ਦੀ ਨਿੰਦਿਆ ਕਰਦੇ ਵੀ ਇਹ ਸੂਰਜ ਤੇ ਬਹੁਤ ਮਾੜਾ ਹੈ। ਅੰਧ ਹੋਏ ਨਿਜ ਲੋਚਨ ਮੁੰਦ ਹੈ। ਕਿਉਂਕਿ ਜਦੋਂ ਸੂਰਜ ਚੜ੍ਹਦਾ ਹੈ ਉਹ ਅੰਨੇ ਹੋ ਜਾਂਦੇ ਹੈ ਉੱਲੂ, ਉਹਨਾਂ ਦੀਆਂ ਆਪਣੀਆਂ ਅੱਖਾਂ ਬੰਦ ਹੋ ਜਾਂਦੀਆਂ ਤੇ ਉਹ ਕਹਿੰਦੇ ਆ ਵੀ ਇਹਨੇ ਤਾਂ ਸਾਨੂੰ ਅੰਨ੍ਹਿਆ ਕਰ ਦਿੱਤਾ ਹੈ, ਸੂਰਜ ਬਹੁਤ ਮਾੜਾ ਹੈ। ਮਾਰ ਤੰਡ ਘਟ ਹੋਏ ਨਾ ਜਾਈ। ਜੇ ਸੂਰਜ ਨੂੰ ਭੰਡਣ ਵਾਸਤੇ ਉੱਲੂ ਇਕੱਠੇ ਹੋ ਕੇ ਕਹੀ ਜਾਣ ਵੀ ਸੂਰਜ ਬਹੁਤ ਮਾੜਾ ਹੈ, ਸਾਨੂੰ ਅੰਨ੍ਹਿਆ ਕਰ ਦਿੰਦਾ, ਚੜ੍ਹੇ ਹੀ ਨਾ ਇਹ, ਤੇ ਕਹਿੰਦੇ ਹੈ ਉਹ ਮਾਰਤੰਡ ਜੋ ਸੂਰਜ ਹੈ ਭਾਈ ਉਹ ਘਟਦ ਨਹੀਂ ਜਾਂਦਾ ਹੈ, ਉਹ ਤੇ ਉਸੇ ਤਰ੍ਹਾਂ ਰੋਜ਼ ਹੀ ਚੜ੍ਹਦਾ ਹੈ, ਚੜ੍ਹਿਆ ਹੀ ਰਹਿੰਦਾ ਹੈ। ਉਹਨਾਂ ਦੇ ਕਹਿਣ ਨਾਲ ਉਹਦਾ ਪ੍ਰਕਾਸ਼ ਤੇਜ ਘਟ ਨਹੀਂ ਜਾਂਦਾ। ਦੀਪਤ ਸਭ ਲੋਕਨ ਸੁਖਦਾਈ। ਸਗੋਂ ਉਹ ਤੇ ਪ੍ਰਕਾਸ਼ਦਾ ਹੈ, ਸਾਰੇ ਲੋਕਾਂ ਨੂੰ ਸੁਖ ਦਿੰਦਾ ਹੈ। ਦਿਨ ਚੜ੍ਹਦਾ ਤੇ ਲੋਕਾਂ ਨੂੰ ਖੁਸ਼ੀ ਹੁੰਦੀ, ਸਭ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਦਿਖਦਾ ਹੈ। ਉੱਲੂਆਂ ਲਈ ਮਾੜਾ ਹੈ, ਇਨਸਾਨਾਂ ਜੀਵਾਂ ਵਾਸਤੇ ਸੁਖਦਾਈ ਹੈ। ਤਿਉ ਨਾਨਕ ਕੀਰਤ ਪ੍ਰਕਾਸ਼ੀ। ਤਿਵੇਂ ਹੀ ਉਹ ਸੂਰਜ ਵਾਂਗ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ, ਉਹਨਾਂ ਦੀ ਜਿਹੜੀ ਕੀਰਤੀ ਵਡਿਆਈ ਹੈ ਉਹ ਸੂਰਜ ਦੀ ਰੋਸ਼ਨੀ ਵਾਂਗ ਪ੍ਰਕਾਸ਼ ਰਹੀ ਹੈ ਸਭ ਪਾਸੇ। ਦਿਵਤ ਜਹਾਂ ਤਹ ਨਿੰਦਕ ਨਾਸ਼ੀ। ਜਿੱਥੇ ਕਿੱਥੇ ਨਹੀਂ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਕੀਰਤੀ ਵਡਿਆਈ ਮਹਿਮਾ ਉਹ ਪ੍ਰਕਾਸ਼ ਕਰ ਰਹੀ ਹੈ, ਨਿੰਦਕ ਲੋਕਾਂ ਨੂੰ ਨਾਸ ਕਰ ਰਹੀ ਹੈ, ਨਿੰਦਕ ਔਖੇ ਹੋ ਮਰ ਰਹੇ ਹਨ। ਆਸ਼ਰਮ ਵਰਨ ਚਤੁਰ ਵਿਸਤਾਰਾ। ਜਿਹੜੇ ਆ 4 ਆਸ਼ਰਮ ਹਨ ਕਿ ਪਹਿਲਾ ਆਸ਼ਰਮ ਬ੍ਰਹਮਚਰਜ ਆਸ਼ਰਮ, ਦੂਸਰਾ ਗ੍ਰਹਿਸਥ ਆਸ਼ਰਮ, ਤੀਸਰਾ ਵਾਣਪ੍ਰਸਤੀ, ਚੌਥਾ ਸੰਨਿਆਸੀ ਆਸ਼ਰਮ। ਇਹ 4 ਆਸ਼ਰਮ ਹੈ। ਫਿਰ 4 ਵਰਨ ਖੱਤਰੀ ਬ੍ਰਾਹਮਣ ਸੂਦ ਵੈਸ, ਇਹਨਾਂ ਸਾਰਿਆਂ ਦੇ ਵਿੱਚ ਹੀ ਮਹਾਰਾਜ ਦੀ ਕੀਰਤੀ ਦਾ ਵਿਸਥਾਰ ਹੋ ਰਿਹਾ, ਫੈਲ ਰਹੀ ਹੈ। ਸ੍ਰੀ ਗੁਰ ਕੀਰਤ ਕਰਹਿ ਉਚਾਰਾ। ਇਹ ਸਾਰੇ 4ਵੇਂ ਵਰਨ 4ਵੇਂ ਆਸ਼ਰਮ ਸਾਰੇ ਗੁਰੂ ਮਹਾਰਾਜ ਜੀ ਦੀ ਕੀਰਤੀ ਉਚਾਰ ਕਰ ਰਹੇ ਹਨ ਕਿ ਗੁਰੂ ਨਾਨਕ ਸਾਹਿਬ ਜੀ ਦੇ ਮਹਾਨ ਹੈ। ਸਭ ਪਾਸੇ ਗੁਰੂ ਸਾਹਿਬ ਜੀ ਦੀ ਕੀਰਤੀ ਫੈਲੀ ਹੋਈ ਹੈ। ਤੁਰਕ ਸਬੈ ਤੁਰਕਨ ਕੇ ਪੀਰੂ। ਜੋ ਤੁਰਕ ਹੈ ਸਾਰੇ ਤੇ ਤੁਰਕਾਂ ਦੇ ਵੱਡੇ ਵੱਡੇ ਜੋ ਪੀਰ ਹਨ। ਜਾਨ ਹੈ ਨਾਨਕ ਗੁਣੀ ਗਹੀਰੂ। ਉਹ ਸਾਰੇ ਜਾਣਦੇ ਆ ਵੀ ਗੁਰੂ ਨਾਨਕ ਸਾਹਿਬ ਗੁਣਾਂ ਦੇ ਸਮੁੰਦਰ ਹੈ, ਗੁਣਾਂ ਵਿੱਚੋਂ ਤੇ ਮਹਾਰਾਜ ਬਹੁਤ ਮਹਾਨ ਐਵੇਂ ਜਾਣਦੇ ਹਨ। ਕਲਾਵਾਨ ਸਿੱਧਨਾਥ ਜੀ ਜਹਤ ਹੈ। ਜਿੱਥੇ ਕਿੱਥੇ ਵੀ ਆ ਭਾਵੇਂ ਆ ਸਿੱਧ ਰਹਿੰਦੇ ਐ, 83 ਸਿੱਧ 9 ਨਾਥ ਤੇ ਬੇਅੰਤ ਸ਼ਕਤੀਆਂ ਵਾਲੇ ਜਿੱਥੇ ਕਿੱਥੇ ਵੀ ਰਹਿੰਦੇ ਹਨ। ਸ੍ਰੀ ਗੁਰ ਕੀਰਤ ਪੂਰਨ ਸਭ ਮਹਿ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਿਹੜੀ ਕੀਰਤੀ ਵਡਿਆਈ ਮਹਿਮਾ ਇਹਨਾਂ ਨਾਥਾਂ ਵਿੱਚ, ਸਿੱਧਾਂ ਵਿੱਚ, ਸ਼ਕਤੀ ਵਾਲਿਆਂ ਵਿੱਚ ਪਰਿਪੂਰਨ ਹੈ, ਭਰੀ ਹੋਈ ਹੈ। ਸਭ ਪਾਸੇ ਮਹਾਰਾਜ ਜੀ ਨੂੰ ਮਹਾਨ ਮੰਨਦੇ ਹਨ। ਜਹ ਲੋ ਹੈ ਵਿਸਤ੍ਰਿਤ ਸੋ ਅਵਨੀ। ਜਿੱਥੋਂ ਤੱਕ ਵੀ ਆ ਜਿਹੜੀ ਧਰਤੀ ਉਹ ਫੈਲੀ ਹੋਈ ਹੈ। ਸਰਬ ਥਾਨ ਮਹਿ ਕੀਰਤ ਰਵਨੀ। ਸਾਰੇ ਕਣਾ ਕਣਾ ਥਾਵਾਂ ਦੇ ਵਿੱਚ ਹਰ ਥਾਂ ਮਹਾਰਾਜ ਜੀ ਦੀ ਜਿਹੜੀ ਕੀਰਤੀ ਮਹਿਮਾ ਵਡਿਆਈ ਹੈ ਉਹ ਰਵੀ ਹੋਈ ਆ, ਫੈਲੀ ਹੋਈ ਹੈ। ਤੋਰੇ ਹੁਤੇ ਮੁਵਾਸ ਮੁਕਾਮਾ। ਜਿਹੜਿਆ ਆਕੀ ਥਾਂ ਸਨ, ਆਕੀ ਟਿਕਾਣੇ, ਉੱਥੋਂ ਦੇ ਅਸੂਲ ਵੀ ਮਹਾਰਾਜ ਨੇ ਤੋੜੇ ਸੀ। ਜਿਹੜੇ ਆ ਮੁਕਾਮ ਆਕੀ ਸਨ, ਮਵਾਸ ਭਾਵ ਆਕੀਆਂ ਦੇ ਜੋ ਮੁਕਾਮ ਸਨ। ਜਦੋਂ ਗੁਰੂ ਜੀ ਬਗਦਾਦ ਵਿੱਚ ਗਏ ਤੇ ਜਿੱਥੇ ਲੋਕ ਕਹਿੰਦੇ ਸੀ ਵੀ ਇੱਥੇ ਰਾਗ ਵਿੱਚ ਨਹੀਂ ਗਾਉਣਾ ਹੈ, ਨਾ ਕੀਰਤਨ ਨਹੀਂ ਕਰਨਾ ਹੈ,
ਜਿਹੜਾ ਕਰੇਗਾ ਉਹਨੂੰ ਸਜ਼ਾ ਮਿਲੇਗੀ, ਕਿਉਂਕਿ ਜਿਹੜਾ ਰਾਗ ਹੈ ਮਨ ਵਿਚਲਿਤ ਕਰਦਾ ਹੈ, ਇਹਦੇ ਨਾਲ ਵਿਕਾਰ ਫੁਰਦੇ ਮਨ ਚੰਚਲ ਹੁੰਦਾ ਹੈ। ਅਤੇ ਮਹਾਰਾਜ ਜੀ ਨੇ ਉੱਥੇ ਜਾ ਕੇ ਵੀ ਉਹ ਆਕੀ ਟਿਕਾਣਿਆਂ ਆਕੀਆਂ ਥਾਵਾਂ ਦੇ ਉੱਤੇ ਅਸੂਲ ਤੋੜੇ ਅਤੇ ਕੀਰਤਨ ਕੀਤਾ, ਸ਼ਬਦ ਉਚਾਰਿਆ, ਪਾਤਾਲਾ ਪਾਤਾਲ ਲਖ ਆਗਾਸਾ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਨ ਕਵਾਦ, ਸਹਿਸ 18 ਕਹਿਨ ਕਤੇਬਾ ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਆ ਲਿਖ ਹੋਏ ਵਿਨਾਸ਼, ਨਾਨਕ ਵੱਡਾ ਆਖੀ ਆਪੇ ਜਾਣੇ ਆਪ। ਇਹ ਸ਼ਬਦ ਗਾਇਨ ਕੀਤਾ, ਗਾਇਨ ਕਰਕੇ ਮਹਾਰਾਜ ਰਾਗ ਵਿੱਚ ਸੁਣਾਇਆ। ਅਤੇ ਉੱਥੋਂ ਦੇ ਜਿਹੜੇ ਲੋਕ ਕਹਿੰਦੇ ਸੀ ਵੀ ਜਿਹੜਾ ਗਾਏ ਉਹਨੂੰ ਸਜ਼ਾ ਹੋਵੇਗੀ, ਉਹਨੂੰ ਮਾਰਿਆ ਜਾਵੇਗਾ, ਪੱਥਰਾਂ ਦੀ ਮਾਰ ਮਾਰੀ ਜਾਵੇਗੀ। ਉਹ ਜਿਹੜੇ ਬਗਦਾਦੀ ਲੋਕਾਂ ਦੇ ਅਸੂਲ ਸਨ ਨਾ ਆਕੀ ਹੋਇਆਂ ਦੇ, ਆਕੀ ਅਸੂਲ ਉਹ ਥਾਵਾਂ ਦੇ ਉੱਤੇ ਉਹ ਸੱਚੇ ਪਾਤਸ਼ਾਹ ਜੀ ਨੇ ਤੋੜੇ। ਸਗੋਂ ਉਪਦੇਸ਼ ਕੀਤਾ ਵੀ ਇਹ ਜੋ ਵਾਹਿਗੁਰੂ ਪਰਮੇਸ਼ਰ ਦਾ ਜਸ ਹੈ ਇਹ ਤਾਂ ਅੰਮ੍ਰਿਤ ਸਮਾਨ ਹੈ। ਜਿਸ ਤਰ੍ਹਾਂ ਅੰਮ੍ਰਿਤ ਭਾਵੇਂ ਪਿੱਤਲ ਦੇ ਭਾਂਡੇ 'ਚ ਭਾਵੇਂ ਤਾਂਬੇ ਦੇ ਕਿਸੇ ਭਾਂਡੇ 'ਚ ਵੀ ਅੰਮ੍ਰਿਤ ਪਾ ਕੇ ਪੀ ਲਓ, ਅਸਰ ਅੰਮ੍ਰਿਤ ਨਹੀਂ ਕਰਨਾ ਹੈ। ਅਤੇ ਉਹ ਆਪਾਂ ਕਿਤੇ ਕਿਸੇ ਵੀ ਭਾਂਡੇ 'ਚ ਪਾ ਕੇ ਪੀ ਸਕਦੇ ਹਾਂ। ਇਸੇ ਤਰ੍ਹਾਂ ਜਿਹੜਾ ਵਾਹਿਗੁਰੂ ਦਾ ਜਸ ਹੈ ਉਹ ਭਾਵੇਂ ਅਸੀਂ ਬਿਨਾਂ ਸਾਜ਼ਾਂ ਤੋਂ ਹੀ ਰਾਗ ਤੋਂ ਗਾ ਲਈਏ ਤਾਂ ਵੀ ਅਸਰ ਕਰਨਾ ਹੈ, ਅਤੇ ਭਾਵੇਂ ਅਸੀਂ ਉਸ ਨੂੰ ਰਾਗਾਂ ਰੂਪੀ ਭਾਂਡੇ 'ਚ ਪਾ ਕੇ ਕਰ ਲਈਏ ਤਾਂ ਵੀ ਅਸਰ ਕਰਨਾ ਹੈ। ਇਹ ਰਾਗ ਜਿਹੜਾ ਵੀ ਅੰਮ੍ਰਿਤ ਸਮਾਨ ਹੈ ਉਹ ਤਾਂ ਆਪਣਾ ਹਿਸਾਬ ਹੈ ਵੀ ਕਿਸ ਤਰ੍ਹਾਂ ਗਾਉਣਾ ਹੈ। ਉੱਥੇ ਗੁਰੂ ਜੀ ਨੇ ਉਹ ਰਾਗਾਂ ਵਿੱਚ ਉਹ ਗਾਇਆ। ਇੱਥੇ ਕਹਿ ਰਹੇ ਹਨ ਕਿ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਮਵਾਸ ਆਕੀ ਮੁਕਾਮ ਟਿਕਾਣੇ ਸਨ, ਥਾਵਾਂ ਸਨ, ਉੱਥੇ ਇਹੋ ਜਿਹੇ ਜਿਹੜੇ ਬਗਦਾਦੀ ਲੋਕ ਕੱਟੜ ਉਹਨਾਂ ਦੇ ਇਹ ਅਸੂਲ ਤੋੜੇ ਸੀ। ਸਭ ਉਪਰ ਰਾਜਤ ਅਬਰਾਮਾ, ਸਾਰਿਆਂ ਉੱਪਰ ਹੀ ਮਹਾਰਾਜ ਜੀ ਦੀ ਜਿਹੜੀ ਸੁੰਦਰ ਕੀਰਤੀ ਹੈ ਬਿਰਾਜ ਰਹੀ ਹੈ, ਸੋਭਨੀਕ ਹੋ ਰਹੀ ਹੈ, ਸਜ ਰਹੀ ਹੈ। ਕਬੇਤ ਖੁਰਾਸਾਨ ਕਾਬਲ ਕੰਧਾਰ ਹੂੰ ਮੈਂ ਕੇ ਵਡਾਸੀ। ਹੁਣ ਭਾਈ ਸੰਤੋਖ ਸਿੰਘ ਜੀ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਉੱਥੇ ਜਿਵੇਂ ਸੱਚੇ ਪਾਤਸ਼ਾਹ ਜੀ ਨੇ ਕੌਤਕ ਕੀਤੇ, ਮਹਾਰਾਜ ਜੀ ਦੀ ਉੱਜਲ ਕੀਰਤੀ ਵਡਿਆਈ ਫੈਲੀ। ਅਤੇ ਜਿੰਨੀਆਂ ਸੰਸਾਰ ਵਿੱਚ ਚਿੱਟੀਆਂ ਚਿੱਟੀਆਂ ਜਿਹੜੀਆਂ ਚੀਜ਼ਾਂ ਹਨ ਸ੍ਰਿਸ਼ਟੀ ਵਿੱਚ, ਉਹਨਾਂ ਦਾ ਸਫੈਦ ਰੰਗ ਦਾ ਦ੍ਰਿਸ਼ਟਾਂਤ ਦੇ ਕੇ ਮਹਾਰਾਜ ਦੀ ਕੀਰਤੀ ਨਾਲ ਇੱਥੇ ਦੱਸਿਆ ਹੈ। ਵੱਖੋ ਵੱਖਰੇ ਸ਼ਹਿਰਾਂ ਦੇ ਨਾਮ ਲੈ ਕੇ, ਵੱਖੋ ਵੱਖਰੇ ਦੇਸ਼ਾਂ ਦੇ ਨਾਮ ਲੈ ਕੇ, ਜਿੱਥੇ ਜਿੱਥੇ ਮਹਾਰਾਜ ਜੀ ਨੇ ਜਾ ਕੇ ਵਿਗੜਿਆਂ ਤਿਗੜਿਆਂ ਨੂੰ ਸਿੱਧੇ ਰਾਹ ਪਾਇਆ ਅਤੇ ਆਪਣੀ ਕੀਰਤੀ ਵਡਿਆਈ ਫੈਲਾਈ। ਅਤੇ ਨਾਲ ਹੀ ਕਵੀ ਜੀ 'ਤੇ ਇਸ਼ਾਰਾ ਕਰ ਰਹੇ ਹਨ, ਜਿੱਥੇ ਜਿੱਥੇ ਸਤਿਗੁਰੂ ਜੀ ਨੇ ਉਦਾਸੀਆਂ ਕੀਤੀਆਂ, ਆਪਣੀ ਮਹਿਮਾ ਫੈਲਾਈ। ਜਿਵੇਂ ਇਤਿਹਾਸ ਵਿੱਚ ਅੱਗੇ ਆ ਹੀ ਸਾਰਾ ਜਾਣਾ ਹੈ, ਉਹਨੂੰ ਇੱਥੇ ਟੂਕ ਮਾਤਰ ਇਸ਼ਾਰਿਆਂ ਨਾਲ ਬੜੀ ਵਿਸ਼ਾਲ ਬੁੱਧੀ ਨਾਲ ਇਹ ਛੰਦਾਬੰਦੀ ਵਿੱਚ ਕਰਕੇ ਉਹ ਸਾਰੇ ਨਾਮ ਅਤੇ ਗੁਰੂ ਜੀ ਦੀ ਕੀਰਤੀ ਵਡਿਆਈ ਜਿਹੜੀ ਉੱਜਲ ਹੈ ਉਹਦਾ ਦ੍ਰਿਸ਼ਟਾਂਤ ਚਿੱਟੀਆਂ ਚੀਜ਼ਾਂ ਨਾਲ ਦਿੰਦੇ ਹੋਏ ਇੱਥੇ ਉਹ ਕਵਿਤ ਉਚਾਰਨ ਕੀਤੇ। ਤਿੰਨ ਇਸ ਤਰ੍ਹਾਂ ਕਹਿ ਰਹੇ ਹਨ ਕਿ ਜੋ ਖੁਰਾਸਾਨ ਅਤੇ ਕਾਬਲ ਕੰਧਾਰ ਹੂੰ ਮੈਂ ਕੇ ਵਡਾਸੀ। ਮਹਾਰਾਜ ਜੀ ਦੀ ਜਿਹੜੀ ਕੀਰਤੀ ਵਡਿਆਈ ਉੱਜਲ ਹੈ ਉਹ ਕਾਬਲ ਕੰਧਾਰ ਵਿੱਚ ਅਤੇ ਖੁਰਾਸਾਨ ਵਿੱਚ ਕੇਵਡਾ ਇੱਕ ਫੁੱਲ ਹੈ, ਰੁੱਖ ਹੈ। ਉਹ ਫੁੱਲ ਇਹਦੇ ਚਿੱਟੇ ਚਿੱਟੇ, ਉਹਨਾਂ ਚਿੱਟੇ ਫੁੱਲਾਂ ਵਰਗੀ ਮਹਾਰਾਜ ਦੀ ਇਹਨਾਂ ਕਾਬਲ ਕੰਧਾਰ ਖੁਰਾਸਾਨ ਵਿੱਚ ਮਹਿਮਾ ਜਿਹੜੀ ਫੈਲੀ ਹੋਈ ਹੈ। ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ। ਜਦੋਂ ਖੁਰਾਸਾਨ ਬਾਬਰ ਨੇ ਅਤਿਆਚਾਰ ਕਰ ਰਿਹਾ ਸੀ, ਉੱਥੇ ਮਹਾਰਾਜ ਜੀ ਨੇ ਵੀ ਇੱਥੇ ਸ਼ਬਦ ਉਚਾਰਨ ਕੀਤਾ, ਉੱਥੇ ਵੀ ਆਪਣੀ ਮਹਿਮਾ ਫੈਲਾਈ। ਬਾਬਰ ਵਰਗੇ ਚਰਨੀ ਪਏ ਸਨ। ਅਤੇ ਕਾਬਲ 'ਚ ਜਦੋਂ ਮਹਾਰਾਜ ਗਏ ਉੱਥੇ ਮਸਜਿਦ 'ਤੇ ਮਸਜਿਦ ਵਿੱਚ ਜਾ ਕੇ ਇੱਕ ਕੰਧ ਜੀ 'ਤੇ ਮਹਾਰਾਜ ਥੱਲਿਓਂ ਉੱਠ ਕੇ ਉੱਤੇ ਬਿਰਾਜਮਾਨ ਹੋ ਕੇ ਬੈਠ ਗਏ। ਅਤੇ ਉੱਥੋਂ ਦੇ ਜਿਹੜੇ ਰਹਿਣ ਵਾਲੇ ਉਹ ਆ ਗਏ, ਕਹਿਣ ਲੱਗੇ ਤੁਸੀਂ ਮਸਜਿਦ ਦੇ ਕੰਧ ਤੋਂ ਥੱਲੇ ਉਤਰੋ।
ਕਿਵੇਂ ਉੱਪਰ ਚੜ੍ਹ ਗਏ ਹੋ, ਬੇਅਦਬੀ ਕਰ ਰਹੇ ਹੋ ਮਸੀਤ ਦੀ, ਇਸ ਕਰਕੇ ਤੁਸੀਂ ਉਰੇ ਪਰੇ ਇੱਧਰ ਉੱਧਰ ਹੋ ਜਾਓ। ਮਹਾਰਾਜ ਕਹਿਣ ਲੱਗੇ ਵੀ ਅਸੀਂ ਤਾਂ ਆਰਾਮ ਕਰ ਰਹੇ ਹਾਂ ਅਤੇ ਕੰਧ ਨੂੰ ਕੀ ਹੋ ਚੱਲਿਆ ਹੈ। ਕਹਿੰਦੇ ਨਹੀਂ ਨਹੀਂ, ਤੁਸੀਂ ਉਰੇ ਪਰੇ ਹੋ ਜਾਓ, ਇਹ ਤਾਂ ਮਸੀਤ ਦੀ ਕੰਧ 'ਤੇ ਬਿਲਕੁਲ ਨਾ ਪਾਓ। ਫਿਰ ਮਹਾਰਾਜ ਕਹਿਣ ਲੱਗੇ ਵੀ ਠੀਕ ਹੈ, ਅਸੀਂ ਪਰੇ ਹੋ ਜਾਂਦੇ, ਆਪਣੀ ਕੰਧ ਜਿਹੜੀ ਤੁਸੀਂ ਸੰਭਾਲ ਲਓ। ਕਹਿੰਦੇ ਕੰਧ ਹੀ ਸੰਭਾਲ ਲਾਂਗੇ, ਕੰਧ ਉੱਥੇ ਰਹਿਣੀ ਹੈ, ਕੰਧ ਕਿੱਥੇ ਜਾਣੀ ਹੈ, ਕੰਧ ਨੇ ਕਿੱਥੇ ਜਾਣਾ ਹੈ, ਕੰਧ ਉੱਥੇ ਰਹਿਣੀ ਹੈ। ਅਤੇ ਫਿਰ ਮਹਾਰਾਜ ਕਹਿੰਦੇ ਵੀ ਠੀਕ ਸੰਭਾਲ ਲਓ। ਉਹਦੀ ਕੰਧ ਸੀ ਪੂਰਾ ਜਿਹੜਾ ਕਾਬਲ ਹੀ, ਉਹ ਫਿਰ ਜਿਵੇਂ ਘੋੜੀ ਭੱਜਦੀ, ਜਿਵੇਂ ਕੰਧ ਭੱਜੀ ਫਿਰੇ ਸਾਰੇ ਕਾਬਲ ਦੇ ਆਲੇ ਦੁਆਲੇ। ਫਿਰ ਉੱਥੋਂ ਦੇ ਜਿਹੜੇ ਲੋਕ ਉਹ ਮਹਾਰਾਜ ਜੀ ਦੇ ਚਰਨੀ ਪੈ ਗਏ ਸਨ। ਮਹਾਰਾਜ ਜੀ ਦੇ ਚਰਨੀ ਪੈ ਕੇ ਅਤੇ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਮਾਫੀ ਮੰਗੀ। ਉੱਥੇ ਕਾਬਲ ਗੰਧਾਰ ਵਿੱਚ ਅਤੇ ਖੁਰਾਸਾਨ ਵਿੱਚ ਮਹਾਰਾਜ ਜੀ ਦੀ ਜਿਹੜੀ ਕੀਰਤੀ ਵਡਿਆਈ ਹੈ, ਉਹ ਜਿਹੜੇ ਕੇਵੜੇ ਦੇ ਫੁੱਲ ਹੈ ਉਹਨਾਂ ਚਿੱਟਿਆਂ ਫੁੱਲਾਂ ਵਾਂਗ ਫੈਲ ਰਹੀ ਹੈ, ਉਦ ਕੇਵੜੇ ਦੇ ਫੁੱਲਾਂ ਵਰਗੀ ਹੈ। ਮਦ ਮੁਲਤਾਨ ਹੋ ਕੇ ਮਾਲਤੀ ਸੀ ਫੁੱਲੀਆ। ਅਤੇ ਮੁਲਤਾਨ ਦੇ ਵਿੱਚ ਮਹਾਰਾਜ ਜੀ ਦੀ ਜਿਹੜੀ ਕੀਰਤੀ ਵਡਿਆਈ ਹੈ ਉੱਜਲ ਚਿੱਟੀ, ਉਹ ਮਾਲਤੀ ਦੇ ਫੁੱਲਾਂ ਵਰਗੀ ਹੈ। ਇਹ ਮਾਲਤੀ ਫੁੱਲ ਹੈ, ਇਹਦੇ ਫੁੱਲ ਚਿੱਟੇ ਹੁੰਦੇ ਆ, ਜਿਵੇਂ ਦੁਪਹਿਰ ਬੂਟੀ ਦੇ ਚਿੱਟੇ ਫੁੱਲ, ਰਾਤ ਦੀ ਰਾਣੀ ਦੇ, ਦਿਨ ਦੇ ਰਾਜੇ ਦੇ ਜਿਹੜੇ ਨਾਮ ਦਿੱਤੇ ਉਹ ਫੁੱਲਾਂ ਬੂਟਿਆਂ ਨੂੰ। ਗੁਲਾਬ ਦੇ ਫੁੱਲ ਵੀ ਜਿਵੇਂ ਚਿੱਟੇ ਹੁੰਦੇ ਆ, ਹੋਰ ਚੰਬੇ ਦੇ ਫੁੱਲ, ਚਮੇਲੀ ਦੇ ਫੁੱਲ, ਕਲੀਆਂ ਦੇ ਫੁੱਲ ਚਿੱਟੇ, ਇਸ ਤਰ੍ਹਾਂ ਮਾਲਤੀ ਦੇ ਫੁੱਲ ਵੀ ਜਿਹੜੇ ਚਿੱਟੇ ਹੁੰਦੇ ਆ। ਮੁਲਤਾਨ ਵਿੱਚ ਵੀ ਮਹਾਰਾਜ ਜੀ ਦੀ ਜਿਹੜੀ ਮਹਿਮਾ ਵਡਿਆਈ ਹੈ ਉਹ ਮਾਲਤੀ ਦੇ ਚਿੱਟੇ ਫੁੱਲਾਂ ਵਰਗੀ ਹੈ ਫੈਲੀ ਹੋਈ। ਜਦੋਂ ਗੁਰੂ ਸਾਹਿਬ ਜੀ ਮੁਲਤਾਨ ਵਿੱਚ ਗਏ ਸੀ ਅਤੇ ਉੱਥੇ ਦੇ ਬੜੇ ਪੀਰ ਸਨ ਅਤੇ ਮਹਾਰਾਜ ਜੀ ਨੂੰ ਉਹਨਾਂ ਨੇ ਇਵੇਂ ਇੱਥੋਂ ਭੇਜਣ ਵਾਸਤੇ ਵੀ ਮੁਲਤਾਨ ਵਿੱਚ ਨਾ ਆਉਣ, ਇੱਕ ਕਟੋਰਾ ਦੁੱਧ ਦਾ ਭਰ ਕੇ ਅਤੇ ਉਹ ਇੱਕ ਪੀਰ ਹੱਥ ਘੱਲ ਦਿੱਤਾ, ਐ ਨਕਾ ਨੱਕ ਭਰ ਕੇ। ਉਹ ਸੱਚੇ ਪਾਤਸ਼ਾਹ ਜੀ ਨੂੰ ਜਣਾਇਆ ਵੀ ਇਹ ਜਿਹੜਾ ਦੁੱਧ ਭਰਿਆ ਹੈ, ਗੁਰੂ ਸਾਹਿਬ ਜੀ ਦੇ ਇਸ਼ਾਰੇ ਨਾਲ ਹੀ ਸਮਝ ਜਾਂਦੇ ਸਨ। ਉਹ ਤਾਂ ਇਹ ਜਣਾਇਆ ਵੀ ਇੱਥੇ ਮੁਲਤਾਨ ਦੇ ਵਿੱਚ ਹੋਰ ਪੀਰਾਂ ਦੀ ਲੋੜ ਨਹੀਂ, ਇੱਥੇ ਤੇ ਜਿਵੇਂ ਆ ਦੁੱਧ ਦਾ ਕਟੋਰਾ ਭਰਿਆ ਅਤੇ ਸਮਾ ਨਹੀਂ ਨਾ ਸਕਦਾ, ਦੁੱਧ ਹੋਰ ਪੈ ਨਹੀਂ ਸਕਦਾ, ਇਸੇ ਤਰ੍ਹਾਂ ਹੋਰ ਇੱਥੇ ਪੀਰ ਨਹੀਂ ਆ ਸਕਦੇ, ਇੱਥੇ ਪਹਿਲਾਂ ਹੀ ਬੜੇ ਪੀਰ ਭਰੇ ਹੋਏ ਹਨ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਇਹ ਕੀ ਸਮਝੇ ਨਹੀਂ ਅਸੀਂ। ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਇੱਕ ਚਮੇਲੀ ਦਾ ਦੁੱਧ ਉਹਦੇ ਵਿੱਚ ਫੁੱਲ ਪਾ ਦਿੱਤਾ, ਵਿੱਚ ਖੰਡ ਪਤਾਸਾ ਜਿਹਾ ਪਾ ਦਿੱਤਾ, ਮਿਸ਼ਰੀ, ਅਤੇ ਉਹ ਜਿਹੜੀ ਮਿਸ਼ਰੀ ਹੈ ਜਾਂ ਪਤਾਸਾ ਉਹ ਇਹਦੇ ਵਿੱਚ ਹੀ ਖੁਰ ਗਿਆ ਦੁੱਧ ਵਿੱਚ, ਅਤੇ ਚਮੇਲੀ ਜਿਹੜੀ ਹੈ ਉਹ ਉੱਤੇ ਤਰਦੀ ਫਿਰ ਅਤੇ ਉਹ ਵੀ ਵਿੱਚ ਮਿਲ ਜੁਲ ਗਈ। ਉਹ ਸੁਣਾ ਨਾਲ ਭੇਜਿਆ ਪੀਰ ਦੇ ਹੱਥ ਕਿ ਅਸੀਂ ਜਿਹੜਾ ਹੈ ਇੱਥੇ ਅਸੀਂ ਪੱਕਾ ਡੇਰਾ ਕਰ ਨਹੀਂ ਆਏ ਕੋਈ। ਜਿਵੇਂ ਆ ਦੁੱਧ ਵਿੱਚ ਆ ਮਿਸ਼ਰੀ ਖੰਡ ਮਿਲ ਗਈ ਹੈ ਅਤੇ ਉਹਨੂੰ ਮਿੱਠਾ ਕਰ ਦਿੱਤਾ ਹੈ ਦੁੱਧ ਨੂੰ, ਫਿਰ ਆ ਜਿਹੜੀ ਚਮੇਲੀ ਇਹ ਵਿੱਚ ਮਿਲ ਘੁਲ ਗਈ ਹੈ, ਭਾਵ ਜਿਵੇਂ ਦੁੱਧ ਮਿੱਠਾ ਹੋ ਗਿਆ ਖੰਡ ਮਿਸ਼ਰੀ ਨਾਲ, ਇਸੇ ਤਰ੍ਹਾਂ ਮੁਲਤਾਨ ਦੇ ਪੀਰਾਂ ਨੂੰ ਕਿਹਾ ਕਿ ਅਸੀਂ ਤੁਹਾਨੂੰ ਜਿਹੜੀ ਵਾਹਿਗੁਰੂ ਦੇ ਚਰਨਾਂ ਦੀ ਸ਼ਰਧਾ ਪ੍ਰੇਮ ਹੈ ਉਹ ਮਿਠਾਸ ਬਖਸ਼ਾਂਗੇ। ਜਿਵੇਂ ਚਮੇਲੀ ਦੇ ਫੁੱਲ ਵਿੱਚ ਮਹਿਕ ਹੈ, ਦੁੱਧ ਵਿੱਚ ਉਹ ਸੁਗੰਧੀ ਆ ਰਹੀ ਹੈ, ਇਸੇ ਤਰ੍ਹਾਂ ਹੀ ਅਸੀਂ ਜਿਹੜਾ ਹੈ ਤੁਹਾਨੂੰ ਪਰਮੇਸ਼ਰ ਦੇ ਨਾਮ ਭਾਵ ਭਗਤੀ ਦੀਆਂ ਮਹਿਕਾਂ ਬਖਸ਼ਾਂਗੇ। ਇੱਥੇ ਹੀ ਕੋਈ ਰਹਿਣ ਨਹੀਂ ਆਏ ਹਾਂ, ਤੁਹਾਨੂੰ ਸਗੋਂ ਤੁਹਾਨੂੰ ਮਹਾਨ ਬਣਾਵਾਂਗੇ, ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਹੋਰ ਜੋੜਾਂਗੇ। ਜਿਹੜੇ ਕੋਈ ਹੰਗਤਾ ਹੈ ਇਹ ਮੇਰ ਤੇਰਾ ਵੀ ਇਹ ਸਾਡਾ ਸਥਾਨ ਹੈ, ਇਹ ਸਾਰਾ ਹਉਮੈ ਨੂੰ ਮਾਰ ਕੇ ਖਤਮ ਕਰਕੇ ਉਹ ਵਾਹਿਗੁਰੂ ਦੇ ਇੱਕ ਨਾਮ 'ਚ ਤੁਹਾਨੂੰ ਜੋੜਾਂਗੇ ਖੁਦਾ ਪਰਮੇਸ਼ਰ ਦੇ। ਬਾਕੀ ਇੱਥੇ ਕੋਈ ਰਹਿਣ ਨਹੀਂ ਹੈ। ਜਿਵੇਂ ਆ ਚਮੇਲੀ ਸਮਾ ਗਈ ਇਸੇ ਤਰ੍ਹਾਂ ਤੁਹਾਡੇ ਵੀ ਸਮਾਏ ਰਹਾਂਗੇ ਅਸੀਂ, ਅਤੇ ਪ੍ਰੇਮ ਸ਼ਰਧਾ ਭਾਵ ਭਗਤੀ ਦੀਆਂ ਮਹਿਕਾਂ ਬਖਸ਼ਾਂਗੇ। ਫਿਰ ਉੱਥੋਂ ਦੇ ਜਿਹੜੇ ਸਾਰੇ ਪੀਰ ਸਨ ਉਹ ਗੁਰੂ ਸਾਹਿਬ ਜੀ ਨੂੰ ਮਹਾਨ ਦਰਸਾਉਣ ਲੱਗੇ, ਸਭ ਨੇ ਨਮਸਕਾਰਾਂ ਕੀਤੀਆਂ। ਇਸ ਤਰ੍ਹਾਂ ਇੱਥੇ ਕਹਿ ਰਹੇ ਹਨ
ਕਿ ਮੁਲਤਾਨ ਦੇ ਵਿੱਚ ਮਹਾਰਾਜ ਜੀ ਦੀ ਜਿਹੜੀ ਕੀਰਤੀ ਵਡਿਆਈ ਮਹਿਮਾ ਉਹ ਮਾਲਤੀ ਦੇ ਚਿੱਟੇ ਫੁੱਲਾਂ ਵਰਗੀ ਫੈਲੀ ਹੋਈ ਹੈ। ਮੱਕੇ ਮੈਂ ਮੰਦਾਰ ਸੀ, ਮਦੀਨੇ ਮੈਂ ਅੰਕ ਸਮ। ਮੱਕੇ ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਜੀ ਗਏ, ਮੱਕਾ ਜਿਹੜਾ ਸ਼ਹਿਰ ਦਾ ਨਾਮ ਹੈ, ਤੇ ਜਿਹੜਾ ਉਹ ਮੰਦਰ ਘੁਮਾਇਆ ਸੀ ਉਹਦਾ ਨਾਮ ਹੈ ਕਾਬਾ। ਜਿਸ ਤਰ੍ਹਾਂ ਹੁਣ ਆਪਣੇ ਕਹਿ ਦਿੰਦੇ ਆ ਵੀ ਅੰਮ੍ਰਿਤਸਰ, ਹੁਣ ਅੰਮ੍ਰਿਤਸਰ ਉਹ ਸਰੋਵਰ ਦਾ ਨਾਮ ਹੈ ਤੇ ਨਾਲ ਸ਼ਹਿਰ ਦਾ ਵੀ ਨਾਮ ਹੈ। ਜਾਂ ਅੰਮ੍ਰਿਤਸਰ ਏਅਰਪੋਰਟ, ਤੇ ਉਹ ਹੈ ਏਅਰਪੋਰਟ ਦੇ ਉੱਥੋਂ ਕਿੰਨਾ ਹਟਵਾਂ ਆਪਣੇ ਕੋਲ ਹੀ ਹੈ, ਕਿੱਥੇ ਅੰਮ੍ਰਿਤਸਰ, ਪਰ ਨਾਮ ਅੰਮ੍ਰਿਤਸਰ ਦਾ ਲੱਗ ਜਾਂਦਾ ਹੈ। ਇਸੇ ਤਰ੍ਹਾਂ ਉਹ ਕਾਬਾ ਮੰਦਿਰ ਹਟਵਾਂ ਹੈ ਤੇ ਸ਼ਹਿਰ ਮੱਕਾ ਲੱਗਦਾ ਉਹਨੂੰ, ਜਿਸ ਕਰਕੇ ਉਹਨੂੰ ਮੱਕਾ ਕਿਹਾ ਜਾਂਦਾ ਹੈ। ਵੀ ਮੱਕੇ ਦੇ ਮੰਦਿਰ ਦਾ ਨਾਂ ਕਾਬਾ ਨਹੀਂ ਲਿਆ ਜਾਂਦਾ। ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ। ਮਹਾਰਾਜ ਜੀ ਨੇ ਉੱਥੇ ਮੱਕੇ ਨੂੰ ਘੁਮਾ ਦਿੱਤਾ ਸੀ। ਜਦੋਂ ਉਹ ਕਾਜ਼ੀਆਂ ਮੁੱਲਿਆਂ ਮਲਾਣੇ ਨੇ ਸਤਿਗੁਰੂ ਜੀ ਨੂੰ ਚਰਨ ਤੋਂ ਫੜ ਕੇ ਪਾਸੇ ਵੱਲ ਫੇਰਿਆ ਸੀ ਕਿ ਤੁਸੀਂ ਇੱਧਰ ਆਪਣੀਆਂ ਲੱਤਾਂ ਕੀਤੀਆਂ ਹੋਈਆਂ ਹਨ। ਮਹਾਰਾਜ ਕਹਿੰਦੇ ਜਿੱਧਰ ਨਹੀਂ ਹੈ ਕਾਬਾ ਮੰਦਿਰ ਉੱਧਰ ਕਰ ਦਿਓ। ਜਦੋਂ ਉਹਨਾਂ ਘੁਮਾਈਆਂ ਲੱਤਾਂ ਫੜ ਕੇ ਉਹਨਾਂ ਉਲਟੀਆਂ ਪੁਲਟੀਆਂ ਕੀਤੀਆਂ, ਕੋਸ਼ਿਸ਼ ਕੀਤੀ ਉਹ ਕਾਜ਼ੀਆਂ ਨੇ, ਉਹ ਜਿਹੜਾ ਕਾਬਾ ਮੰਦਿਰ ਉੱਧਰੋਂ ਹੀ ਫਿਰ ਗਿਆ। ਅਤੇ ਉੱਥੇ ਸਤਿਗੁਰੂ ਜੀ ਦੀ ਫਿਰ ਮਹਿਮਾ ਹੋਈ। ਇਹ ਸਾਰੇ ਮੱਥਾ ਟੇਕਿਆ, ਮਹਾਰਾਜ ਜੀ ਦੇ ਚਰਨਾਂ ਦੀ ਇੱਕ ਜਿਹੜੀ ਖੜਾਂ ਮੰਗੀ ਕਿ ਸਾਨੂੰ ਦਿਓ, ਅਸੀਂ ਮਹਾਰਾਜ ਭੁੱਲ ਕੀਤੀ ਹੈ, ਆਪ ਦੇ ਖੁਦਾ ਰੂਪ ਹੋ। ਉੱਥੇ ਮਹਾਰਾਜ ਦੀ ਮਹਿਮਾ ਫੈਲੀ। ਮੱਕੇ ਮੈਂ ਮੰਦਾਰ ਸੀ। ਮੱਕੇ ਉਹ ਕਾਬੇ ਮੰਦਿਰ ਦੇ ਵਿੱਚ ਜਿਹੜਾ ਮੰਦਾਰ ਕਲਪ ਬ੍ਰਿਸ਼ ਹੈ, ਉਹਦੇ ਚਿੱਟੇ ਫੁੱਲ ਹੈ, ਚਿੱਟਿਆਂ ਫੁੱਲਾਂ ਵਰਗੀ ਮਹਾਰਾਜ ਦੀ ਮੱਕੇ ਵਿੱਚ ਮਹਿਮਾ ਵਡਿਆਈ ਕੀਰਤੀ ਫੈਲੀ। ਕੰਬ ਜੈਸੀ ਕਾਸ਼ਮੀਰ ਭਲੀ ਭਾਂਤ ਝੂਲੀਆ। ਮਦੀਨੇ ਮੈਂ ਮਯੰਕ ਸਮ, ਤੇ ਮਦੀਨਾ ਜੋ ਮੱਕੇ ਤੋਂ ਥੋੜ੍ਹਾ ਦੂਰ ਹੈ, ਜਿੱਥੇ ਮੁਹੰਮਦ ਸਾਹਿਬ ਦੀ ਕਬਰ ਹੈ। ਇੱਥੇ ਗੁਰੂ ਨਾਨਕ ਸਾਹਿਬ ਜੀ ਜਦੋਂ ਗਏ ਮਦੀਨੇ ਵਿੱਚ, ਮੁਹੰਮਦ ਸਾਹਿਬ ਦੀ ਜਿਹੜੀ ਕਬਰ ਹੈ ਉਹਨੇ ਆਪ ਨਮਸਕਾਰ ਕੀਤੀ ਮਹਾਰਾਜ ਜੀ ਨੂੰ। ਜਦੋਂ ਕਬਰ ਮੁਹੰਮਦ ਸਾਹਿਬ ਦੀ ਝੁਕ ਗਈ, ਉੱਥੋਂ ਦੇ ਜਿਹੜੇ ਲੋਕ ਸਨ ਵੇਖ ਵੇਖ ਕੇ ਤੇ ਉਹ ਵੀ ਸਾਡੇ ਜੇ ਮੁਹੰਮਦ ਸਾਹਿਬ ਝੁਕ ਸਕਦੇ ਫਿਰ ਅਸੀਂ ਕਿਉਂ ਨਹੀਂ। ਉਹਨਾਂ ਵੀ ਮਹਾਰਾਜ ਜੀ ਨੂੰ ਮੱਥਾ ਟੇਕਿਆ ਸੀ, ਬੰਦਨਾ ਕੀਤੀ ਸਭ ਨੇ। ਜਦੋਂ ਫਿਰ ਮਹਾਰਾਜ ਉੱਥੋਂ ਚੱਲੇ ਤੇ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਆਪਣੀ ਕੋਈ ਸਾਨੂੰ ਪੂਜਾ ਕਰਨ ਵਾਸਤੇ ਯਾਦ ਦੇ ਕੇ ਜਾਓ। ਇੱਕ ਖੜਾ ਮਹਾਰਾਜ ਨੇ ਉਹ ਮੁਹੰਮਦ ਸਾਹਿਬ ਦੇ ਕਬਰ ਦੇ ਵਿੱਚ ਉੱਥੇ ਦਿੱਤੀ ਮਦੀਨੇ, ਅਤੇ ਉਹਦੀ ਪੂਜਾ ਉਹ ਫਿਰ ਮੁਸਲਮਾਨ ਕਰਨ ਲੱਗੇ। ਇੱਕ ਮੱਕੇ ਵਿੱਚ ਮਹਾਰਾਜ ਦੀ ਖੜਾ, ਇੱਕ ਮਦੀਨੇ ਵਿੱਚ ਖੜਾ ਹੈ। ਮਦੀਨੇ ਹੈ ਮਯੰਕ ਸਮ। ਇਸ ਤਰ੍ਹਾਂ ਮਦੀਨੇ ਦੇ ਵਿੱਚ ਮੁਹੰਮਦ ਸਾਹਿਬ ਦੀ ਕਬਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਕੀਰਤੀ ਵਡਿਆਈ ਹੈ, ਉਹ ਜਿਵੇਂ ਚੰਦਰਮਾ ਪੂਰਨਮਾਸ਼ੀ ਦਾ ਹੈ, ਉਹਦੇ ਜਿਹੜਾ ਉਜਲ ਹੁੰਦਾ ਹੈ, ਚਿੱਟਾ ਹੁੰਦਾ, ਉਹਦੇ ਸਮਾਨ ਫੈਲੀ ਹੋਈ ਹੈ। ਕੰਬ ਜੈਸੀ ਕਾਸ਼ਮੀਰ ਭਲੀ ਭਾਂਤ ਝੂਲੀਆ। ਇੱਧਰ ਕਸ਼ਮੀਰ ਦੇ ਵਿੱਚ ਚੰਗੀ ਤਰ੍ਹਾਂ ਮਹਾਰਾਜ ਦੀ ਕੀਰਤੀ ਝੁੱਲ ਰਹੀ ਹੈ। ਕੰਬੂ ਕਹੀਏ ਜਿਹੜਾ ਸੰਖ ਹੈ, ਜਿਵੇਂ ਸੰਖ ਚਿੱਟਾ ਹੁੰਦਾ, ਜੈਸਿਆ ਸੰਖ ਚਿੱਟਾ ਹੁੰਦਾ, ਉਸੇ ਤਰ੍ਹਾਂ ਮਹਾਰਾਜ ਦੀ ਕੀਰਤੀ ਵਡਿਆਈ ਕਸ਼ਮੀਰ ਵਿੱਚ ਝੁੱਲ ਰਹੀ ਹੈ। ਉੱਥੇ ਵੀ ਮਹਾਰਾਜ ਜਦੋਂ ਕਸ਼ਮੀਰ ਵਿੱਚ ਗਏ, ਉੱਥੇ ਬ੍ਰਹਮਦਾਸ ਵਿਦਵਾਨ ਸੀ ਇੱਕ ਬੜਾ ਤਕੜਾ, ਜੋ 4 ਵੇਦ 6 ਸ਼ਾਸਤਰ 27 ਸਿਮਰਤੀਆਂ 18 ਪੁਰਾਣ ਪੜ੍ਹਿਆ ਹੋਇਆ ਸੀ, ਪਰ ਉਹਨੂੰ ਕੋਈ ਸ਼ਾਂਤੀ ਨਹੀਂ ਸੀ ਆਈ। ਜਦੋਂ ਮਹਾਰਾਜ ਦਾ ਦਰਸ਼ਨ ਕੀਤਾ, ਚਰਚਾ ਕਰਨ ਵਾਸਤੇ ਆਇਆ, ਦਰਸ਼ਨ ਕੀਤਿਆਂ ਹੀ ਸ਼ਾਂਤੀ ਹੋਈ। ਕਹਿਣ ਲੱਗਾ ਮਹਾਰਾਜ ਮੈਨੂੰ ਸ਼ਾਂਤੀ ਨਹੀਂ ਹੈ, ਮੈਂ ਕੀ ਕਰਾਂ। ਫਿਰ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਕਿਹਾ ਹੈ, ਭਾਈ ਤੂੰ ਜਿਹੜੀ ਆਪਣੀ ਮਾਇਆ ਨਾਲ ਤੇਰੇ ਤ੍ਰਿਸ਼ਨਾ ਲੱਗੀ, ਤੇਰਾ ਪ੍ਰੇਮ ਇਹਨੂੰ ਪਹਿਲਾਂ ਤਿਆਗ। ਜਿਸ ਨੇ ਮਾਇਆ ਬਣਾਈ ਹੋਈ ਤੂੰ ਉਸ ਨੂੰ ਧਿਆ, ਇਹ ਮਾਇਆ ਦੇ ਪਿੱਛੇ ਨਾ ਲੱਗ। ਇਹਨੂੰ ਜਦੋਂ ਸਿੱਖਿਆ ਦਿੱਤੀ, ਪਹਿਲਾਂ ਦੇ ਉੱਥੇ ਉਹ ਜਿਵੇਂ ਆਸਾ ਦੀ ਵਾਰ ਆਪਾਂ ਪੜ੍ਹਦੇ 9ਵੇਂ ਛੱਕੇ ਵਿੱਚ ਰੋਜ਼ਾਨਾ ਹੀ, ਉਹ ਉਪਦੇਸ਼ ਦੇ ਕੇ ਸਿੱਖਿਆ ਦਿੱਤੀ ਸੀ। ਉਹਦੀ ਥਾਨਕਾ ਵੀ ਹੈ। ਇਸ ਨੂੰ ਮਹਾਰਾਜ ਜੀ ਨੇ ਮਾਇਆ ਨੂੰ ਪਰੇ ਰਿਹਾ, ਇਹਨੂੰ ਕਿਹਾ ਵੀ ਉੱਥੇ ਜਾਓ, ਜਾ ਕੇ ਗੁਰੂ ਧਾਰਨ ਕਰੋ,
ਫਿਰ ਸ਼ਾਂਤੀ ਆਏਗੀ। ਉਹ ਜਦੋਂ ਮਾਇਆ ਦੇ ਕੋਲ ਗਿਆ, ਉਹਨੇ ਸੋਹਣਾ ਮਕਾਨ ਰਚ ਲਿਆ, ਉੱਥੇ ਪਹੁੰਚਿਆ, ਮਾਇਆ ਨੇ ਇਹਨੂੰ ਜਿਹੜਾ ਹੈ ਬਹੁਤ ਬ੍ਰਹਮਦਾਸ ਨੂੰ ਕੁੱਟਿਆ ਮਾਰਿਆ। ਫਿਰ ਇਹ ਮੁੜ ਕੇ ਮਹਾਰਾਜ ਪਾਸ ਆਇਆ, ਕਹਿਣ ਲੱਗਾ ਮਹਾਰਾਜ ਉਹਦੇ ਗੁਰੂ ਕਾਹਦਾ, ਉਹਨੇ ਤੇ ਮੈਨੂੰ ਮਾਰ ਮਾਰ ਕੇ ਜਿਹੜਾ ਮੇਰਾ ਬੁਰਾ ਹਾਲ ਕਰ ਦਿੱਤਾ ਹੈ। ਫਿਰ ਮਹਾਰਾਜ ਮੁਸਕਰਾਏ। ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇਹ ਤਿੰਨ ਸਾਧੂ ਬਣ ਕੇ ਬੈਠੇ ਸੀ। ਇਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨਾਲ ਮਿਲਵਾਇਆ, ਕਹਿੰਦੇ ਵੀ ਉਹਨਾਂ ਤੋਂ ਵੱਡਾ ਨਹੀਂ ਹੈ ਕੋਈ। ਫਿਰ ਇੱਥੇ ਆ ਕੇ ਇਹਨੇ ਹੱਥ ਜੋੜ ਕੇ ਮਹਾਰਾਜ ਦੀ ਬੇਨਤੀ ਕੀਤੀ। ਸੱਚੇ ਪਾਤਸ਼ਾਹ ਜੀ ਨੂੰ ਜਦੋਂ ਕਿਹਾ ਵੀ ਮਹਾਰਾਜ ਮੈਂ ਤਾਂ ਇੰਨਾ ਵਿਦਵਾਨ ਇੰਨਾ ਪੜ੍ਹਿਆ ਹੋਇਆ ਹਾਂ, ਅਤੇ ਸੱਚੇ ਪਾਤਸ਼ਾਹ ਜੀ ਨੇ ਫਿਰ ਉਹ ਜੋ ਆਸਾ ਦੀ ਵਾਰ ਵਿੱਚ ਬਾਣੀ ਆਉਂਦੀ ਉਹ ਸ਼ਬਦ ਉਚਾਰਨ ਕੀਤੇ। ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀ ਹੈ ਖਾਦ। ਇਹ ਸ਼ਬਦ ਉਚਾਰਨ ਕੀਤੇ। ਕਈ ਸ਼ਬਦ ਉਚਾਰ ਕੇ ਇਹਨੂੰ ਸਿੱਖਿਆ ਦਿੱਤੀ ਸੀ। ਗੁਰੂ ਮਹਾਰਾਜ ਸਿੱਖ ਬਣਿਆ ਸੀ ਬ੍ਰਹਮਦਾਸ। ਉਹ ਕਸ਼ਮੀਰ ਦੀ ਸਾਰੀ ਗੱਲਬਾਤ, ਕਸ਼ਮੀਰ ਦੀ ਕਥਾ ਹੈ, ਜਿਸ ਕਰਕੇ ਕਵੀ ਸਾਹਿਬ ਜੀ ਕਹਿੰਦੇ ਮਹਾਰਾਜ ਜੀ ਦੀ ਕਸ਼ਮੀਰ ਦੇ ਵਿੱਚ ਚੰਗੀ ਤਰ੍ਹਾਂ ਜਿਹੜੀ ਕੀਰਤੀ ਵਡਿਆਈ ਉਹ ਝੁੱਲ ਰਹੀ ਹੈ। ਜਿਸ ਤਰ੍ਹਾਂ ਚਿੱਟਾ ਜਿਹੜਾ ਸੰਖ ਹੁੰਦਾ, ਇਸ ਤਰ੍ਹਾਂ ਚਿੱਟੀ ਹੈ ਮਹਾਰਾਜ ਦੀ ਵਡਿਆਈ, ਉਜਲ ਹੋ ਰਹੀ ਹੈ ਕਸ਼ਮੀਰ ਵਿੱਚ। ਪਾਰਦਸੀ ਬਗਦਾਦ, ਤੇ ਬਗਦਾਦ ਵਿੱਚ ਚਿੱਟੇ ਪਾਰੇ ਵਰਗੀ ਮਹਾਰਾਜ ਦੀ ਵਡਿਆਈ ਫੈਲ ਰਹੀ ਹੈ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਜਦੋਂ ਬਗਦਾਦ ਵਿੱਚ ਮਹਾਰਾਜ ਗਏ ਸੀ ਤੇ ਉੱਥੇ ਦਸਤਗੀਰ ਪੀਰ ਨਾਲ ਜਦੋਂ ਭੇਟ ਹੋਈ, ਚਰਚਾ ਹੋਈ, ਤੇ ਦਸਤਗੀਰ ਪੀਰੋਂ ਹੋਣੀ ਜਦੋਂ ਮਹਾਰਾਜ ਜੀ ਨੇ ਕਿਹਾ ਕਿ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ, ਤੇ ਉਹ ਦਸਤਗੀਰ ਪੀਰ ਹੋਣੀ ਸੁਣ ਕੇ ਕਹਿਣ ਲੱਗੇ ਸਾਰੇ ਕਾਜੀ ਕਹਿੰਦੇ ਇਹਨਾਂ ਨੇ ਕੁਫਰ ਤੋਲਿਆ ਹੈ, ਇਹ ਝੂਠ ਬੋਲਿਆ ਹੈ। ਕੁਰਾਨਾਂ ਵਿੱਚ ਲਿਖਿਆ ਹੋਇਆ ਵੀ 7 ਪਤਾਲ ਹੈ, 7 ਆਕਾਸ਼ ਹੈ। ਹਿੰਦੂ ਗ੍ਰੰਥਾਂ ਵਿੱਚ ਵੀ ਲਿਖਿਆ ਹੈ ਕਿ 7 ਪਤਾਲ 7 ਆਕਾਸ਼, ਇਹ ਲੱਖਾਂ ਪਤਾਲ ਲੱਖਾਂ ਆਕਾਸ਼ ਕਈ ਜਾਂਦੇ ਕੁਫਰ ਤੋਲਿਆ ਹੈ। ਫਿਰ ਮਹਾਰਾਜ ਜੀ ਨੇ ਦਸਤਗੀਰ ਪੀਰ ਦੇ ਬੱਚੇ ਨੂੰ ਖਿਲ ਮਾਤਰ ਵਿੱਚ ਹੀ ਅੱਖ ਫਰੰਕ ਵਿੱਚ ਦਿਖਲਾਈ, ਅੱਖ ਦੇ ਝਮੱਕੇ ਮਾਤਰ ਵਿੱਚ ਹੀ ਲੱਖਾਂ ਪਤਾਲ ਲੱਖਾਂ ਆਕਾਸ਼ ਦਿਖਾ ਦਿੱਤੇ ਸੀ। ਤੇ ਉੱਥੋਂ ਕੜਾਹ ਪ੍ਰਸ਼ਾਦ ਦੀ ਦੇਗ ਵੀ ਲੈ ਕੇ ਆਈ ਤੇ ਇਹਨਾਂ ਸਭ ਨੂੰ ਛਕਾਈ ਸੀ। ਫਿਰ ਉਹਨਾਂ ਸਾਰੇ ਬਗਦਾਦ ਦਸਤਗੀਰ ਪੀਰ ਹੋਣਾ ਨੇ ਮਹਾਰਾਜ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ, ਆਪਣੀ ਭੁੱਲ ਬਖਸ਼ਾਈ। ਇਸ ਤਰ੍ਹਾਂ ਭਾਈ ਬਗਦਾਦ ਦੇ ਵਿੱਚ ਸਤਿਗੁਰੂ ਜੀ ਨੂੰ ਜਦੋਂ ਗਿਆ ਸੀ ਨਾ ਕਿ ਪਾਤਾਲਾ ਪਾਤਾਲ, ਤੇ ਇੱਥੋਂ ਦੇ ਲੋਕ ਕਹਿੰਦੇ ਵੀ ਕੁਫਰ ਤੋਲਿਆ ਹੈ, ਇਹਨਾਂ ਨੂੰ ਪੱਥਰਾਂ ਦੀ ਮਾਰ ਮਾਰੋ। ਪੱਥਰ ਮਾਰਨ ਲੱਗੇ ਗੁਰੂ ਨਾਨਕ ਸਾਹਿਬ ਜੀ ਨੂੰ, ਆਪ ਵੀ ਉਹ ਪੱਥਰਾਂ ਵਰਗੇ ਹੋ ਗਏ ਤੇ ਹੱਥਾਂ ਨੂੰ ਪੱਥਰ ਜੁੜ ਗਏ। ਸੁੰਨ ਮੁੰਨ ਨਗਰੀ ਭਈ, ਸਾਰੀ ਨਗਰੀ ਸੁੰਨ ਮਸੁੰਨ ਹੋ ਗਈ। ਦੇਖ ਪੀਰ ਭਇਆ ਹੈਰਾਨਾ, ਉਹ ਪੀਰ ਸਾਰੇ ਹੈਰਾਨ ਹੋ ਗਏ। ਹੱਥਾਂ ਨੂੰ ਜਦੋਂ ਉਹਨਾਂ ਦੇ ਜੁੜ ਗਏ ਉਹ ਪੱਥਰ, ਫਿਰ ਬੜੇ ਪਰੇਸ਼ਾਨ, ਫਿਰ ਮਾਫੀਆਂ ਮੰਗ ਕੇ ਉਹਨਾਂ ਦੇ ਪੱਥਰ ਹੱਥਾਂ 'ਤੇ ਲੱਥੇ ਸਨ। ਬਗਦਾਦ ਵਿੱਚ ਪਾਰੇ ਵਰਗੀ ਮਹਾਰਾਜ ਜੀ ਦੀ ਵਡਿਆਈ ਹੈ ਫੈਲ ਰਹੀ। ਨਾਰਦ ਸੀ ਭਖਰਾਦ, ਜੋ ਨਾਰਦ ਭਗਤ ਜੀ ਹੈ ਉਹਨਾਂ ਦਾ ਰੰਗ ਚਿੱਟਾ ਹੈ। ਇਵੇਂ ਸੱਖਰ ਭੱਖਰ ਜੋ ਉੱਧਰ ਪਾਕਿਸਤਾਨ ਦੇ ਇੱਧਰ ਜਿਹੜੇ ਹਨ ਅਫਗਾਨਿਸਤਾਨ ਵੱਲ, ਉੱਧਰ ਵੀ ਮਹਾਰਾਜ ਗਏ, ਉੱਥੇ ਵੀ ਚਿੱਟੀ ਵਡਿਆਈ ਨਾਰਦ ਦੇ ਰੰਗ ਵਰਗੀ ਮਹਾਰਾਜ ਦੀ ਫੈਲ ਰਹੀ ਹੈ ਕੀਰਤੀ। ਗੰਗਾ ਕੈਸੀ ਧਾਰ ਭਈ, ਗੰਗ ਜੂ ਕੇ ਕੁਲੀਆ, ਜਿਵੇਂ ਗੰਗਾ ਹੁੰਦੀ ਹੈ ਤੇ ਗੰਗਾ ਦੇ ਕਿਨਾਰੇ ਮਹਾਰਾਜ ਜਦੋਂ ਗਏ ਤੇ ਉੱਥੇ ਜਾ ਕੇ ਜਿਹੜੇ ਪੰਡਿਤ ਲੋਕ ਜਦੋਂ ਆ ਪਿੱਤਰਾਂ ਦੇ ਦਿਨ ਆਉਂਦੇ ਆ ਕਿ ਪਿੱਤਰਾਂ ਨੂੰ ਭੋਜਨ ਪਹੁੰਚਾਉਣਾ ਹੁੰਦਾ ਹੈ, ਉਹ ਪਾਣੀ ਦੇ ਰਹੇ ਸਨ। ਪਾਣੀ ਦਿੰਦੇ, ਸੂਰਜ ਵੱਲ ਪਾਣੀ ਦੇਈ ਜਾਂਦੇ ਸੀ ਗੰਗਾ ਵਿੱਚ ਖੜ ਕੇ। ਗੁਰੂ ਨਾਨਕ ਸਾਹਿਬ ਜੀ ਸਿੱਖਿਆ ਦੇਣ ਵਾਸਤੇ ਆਪ ਵੀ ਪਾਣੀ ਦੇਣ ਲੱਗ ਪਏ। ਉਹ ਗੜਵਾ ਜਿਹਾ ਲੈ ਕੇ ਆਪਣੇ ਉਲਟਾ ਹੀ ਉਹਨਾਂ ਤੋਂ, ਕਿ ਸਾਰੇ ਪੰਡਿਤ ਬੜੇ ਔਖੇ ਹੋਏ, ਕਹਿੰਦੇ ਵੀ ਅਸੀਂ ਆ ਸੂਰਜ ਵੱਲ ਪਾਣੀ ਦੇ ਰਹੇ ਹੋ, ਤੁਸੀਂ ਕਿੱਧਰ ਦੇ ਰਹੇ ਹੋ? ਮਹਾਰਾਜ ਕਹਿੰਦੇ ਵੀ ਅਸੀਂ ਤੇ ਆਪਣੇ ਖੇਤਾਂ ਵਿੱਚ ਪਾਣੀ ਦੇ ਰਹੇ ਹਾਂ, ਸਾਡੇ ਖੇਤ ਹੈ, ਇੱਥੋਂ ਕੁਝ
किलोमीटर की दूरी ते कुछ मीलों ते तुसीं किस नूं पानी दे रहे हो? कहते असीं पितरां अपने नूं पानी दे रहे, जिहड़े बजुर्ग साडे चले गए हैं। आ सूरज नूं पानी देंगे, सूरज साडा पानी पितरां नूं पहुँचाउंदा, साडे वड्ड वडेरिਆਂ नूं। ते गुरु महाराज जी नूं कहंदे भी तुसीं अपने खेतों नूं पानी दे रहे हो, ये तो नहीं पहुँच सकदा है, कभी इदां भी होया है। गुरु नानक देव महाराज कहन लगे भी साडे जिहड़े खेत है वो तो इस लोक विच ही, ऐसे दुनिया च कुछ मीलों ते है, तो जे साडे खेतों नूं पानी नहीं पहुँच सकता तो तुहाडे जिहड़े पितर जिन्हां दा पता है कोई नहीं है, सूरज इन्नी दूर है धरती तो, फिर उत्थे पानी किवें पहुँच सकता है। ये सुन के फिर सारे शर्मिंदे जे हो गए पंडित ब्राह्मण। फिर महाराज जी ने सब नूं दस्सिया भी तेरा मन कित्थे है, तू माला हाथ च फड़ी है, तेरा मन कित्थे गया है, भी फलाने का मन कित्थे गया, सब नूं दस्सिया। ये सारे फिर वो अपने मूँह जे लुकाउंदे फिरन ब्राह्मण पंडित। ते उत्थे फिर जिहड़ी गंगा भी आई प्रगट होई। गंगा ने जिहड़ा आके महाराज नूं नमस्कार कीती, मत्था टेकिया, महाराज की सेवा की, भोजन भंडारा किया, इन्हां ब्राह्मणां ने भी चंगा छकिया, दान आदक मिलिया। फिर इन्हां पुछना कीता भी जिहड़ी माई आई सी कौन सी जिन्हें इन्ना दान किया? वो पुछदा पछाउंदियां कि दस्सिया भी ये वो गंगा नूं पुछया उस माई ने, माई तू कौन है? कहन लगे गंगा माता भी मैं वही गंगा हाँ जिन्हों तुसीं महान मनदे हो, जिहदी तुसीं पूजा करदे हो। मैं गुरु नानक साहब जी के चरणों की दासी सेवक हाँ, इन्हां दी सेवा करके मैं तुहानूं सब कुछ देंदी हाँ। इवें इत्थे दस रहे हैं, कहिंदे भी जदों गंगा के किनारे ते महाराज गए, उत्थे सब नूं दस्सिया, सब दे भरम दूर कीते। जिवें गंगा के जल की धार बड़ी चिट्टी उज्जल है, सफ़ेद है, इस तरह गंगा के किनारे ते सच्चे पातशाह जी की कीर्ति वडाई उज्जल फैल रही है। चोर जैसी चारों दिस सो है सब शीस पर। जे जड़ा चौर है, चौर वांग सारियां दे शीस उपर, चारे तरफे चारे कुंडां जी जेड़े सिद्ध है, नाथ है, जदी सती हन, बड़े जेड़े शक्तियां वाले पीर पैगंबर औलीए, उन्हां सारियां दे उपर ही महाराज जी की कीर्ति वो चौर साहब वांग फिर रही है। जिवें चौर साहब आपां गुरु ग्रंथ साहब जी नूं करदे हां शीस उपर, इस तरह सब दे शीसां उपर महाराज जी की वडियाई फैल रही है। सात दीप मद मैं मराल पात भुलिया। सत्तां दीपां विच ही गुरु जी की जिहड़ी महिमा वडियाई है। जिवें चिट्टे हंस है, उन्हां दीयां पंक्तियां डारां दी डारां भुल जाण, उड़दियां फिरन, इस तरह सत्तां दीपां विच ही सच्चे पातशाह जी की वडियाई फैल रही है। अमल कमल जैसे काशी में विराजमान। जे एक कवल फुल चिट्टा हुंदा, एक लाल हुंदा, जिहड़ा चिट्टा कवल फुल है उस दे वर्गी कांसी दे विच, जो कांसी बनारस है जिथे विद्या का भंडार है, उत्थे महाराज की जिहड़ी कीर्ति विराजमान है। इत्थे जदों गुरु नानक साहब जी गए, उत्थे गोपाल दत्त जो विष्णु दत्त के पोतरे सन, वो उत्थे आ गए, महाराज जी नूं कहण लगे आ तुसीं ठीक है भी सब नूं जित लिया है, तुसीं सानूं नहीं जित सकदे। ये कांसी जिहड़ी है विद्या का भंडार है, इत्थे साडे नाल चर्चा करो, असीं तुहाडे नाल विद्या की चर्चा करनी है, वेदां की चर्चा करनी है, साडे नाल तुसीं इहदी चर्चा करो, फिर मन्नांगे तुहानूं भी तुसीं वाकई विद्वान हो। जे तुसीं सानूं नहीं हरा सके फिर तुसां ने किसे नूं नहीं हराया है, जे सानूं हरा गए फिर मन्नांगे भी सब संसार नूं तुसां ने जित लिया है। ये गोपाल दत्त होनी जिहड़े हैं महाराज जी नाल वो कुचर्चा जी करन, बड़ा आवा तावा बोलन। इन्हां दा जिहड़ा दादा सी विष्णु दत्त, वो मरिया होया सी ते कुत्ते की जून विच पिया होया सी। उधर एक नेड़े एक कुत्ता मरिया सी, महाराज ने वो भाई मरदाना जी ने कहा भी इत्ते सतनाम वाहिगुरू कह के जल छिड़को कुत्ते ने। वो कुत्ते के उपर जल छिड़किया
ਤੇ ਮਹਾਰਾਜ ਨੇ ਬਚਨ ਕਿਹਾ ਉਹ ਕੂਕਰ ਵੱਲ ਵੇਖ ਕੇ ਵੀ ਆ ਤੇਰੇ ਇਹ ਕੂਕਰ ਤੇਰੇ ਜਾਤ ਭਾਈ ਆਏ, ਭਾਵ ਚਰਚਾ ਕਰਨ ਵਾਲੇ, ਇਹ ਤੇਰੇ ਭਾਈਚਾਰਾ ਆਇਆ ਹੈ। ਜਦੋਂ ਗੁਰੂ ਜੀ ਨੇ ਕੂਕਰ ਨੂੰ ਕਿਹਾ ਵੀ ਤੇਰਾ ਭਾਈਚਾਰਾ ਆਇਆ ਹੈ, ਇਹ ਗੋਪਾਲ ਦੱਤ ਨੇ ਸੁਣਿਆ। ਇਹਨਾਂ ਦੋਵਾਂ ਨੂੰ ਬੜੀ ਅੱਗ ਜੀ ਲੱਗੀ ਵੀ ਅਸੀਂ ਪੰਡਤ ਹੁੰਦੇ ਹਾਂ, ਤੁਸੀਂ ਸਾਨੂੰ ਕੁੱਤਿਆਂ ਨਾਲ ਮਿਲਾ ਰਹੇ ਹੋ। ਮਹਾਰਾਜ ਕਹਿੰਦੇ ਵੀ ਇਹ ਕੂਕਰ ਹੀ ਦੱਸੇਗਾ ਕਿ ਅਸੀਂ ਯਥਾਰਥ ਕਹਿ ਰਹੇ ਹਾਂ ਕਿ ਗਲਤ ਕਹਿ ਰਹੇ ਹਾਂ। ਫਿਰ ਉਸ ਵਕਤ ਜਿਹੜਾ ਹੈ ਉਹ ਕੂਕਰ ਨੂੰ ਸੂਝੀ ਬਖਸ਼ੀ। ਉਹ ਕੂਕਰ ਵਿੱਚੋਂ ਇਹਨਾਂ ਦਾ ਦਾਦਾ ਬਿਸ਼ਨ ਦੱਤ ਪ੍ਰਗਟ ਹੋਇਆ। ਕਹਿੰਦਾ ਵੀ ਜਿਵੇਂ ਅੱਜ ਆਪਣੇ ਪੋਤਰ ਨੂੰ ਕਹਿਣ ਲੱਗਾ ਹੈ ਗੋਪਾਲ ਦੱਤ, ਜਿਵੇਂ ਤੁਹਾਨੂੰ ਗਰਬ ਚੜ੍ਹਿਆ ਨਾ ਇਹ ਪੜ੍ਹਾਈ ਦਾ ਵੀ ਅਸੀਂ ਬੜੇ ਵਿਦਵਾਨ ਹਾਂ, ਕਿਸੇ ਸਮੇਂ ਮੈਨੂੰ ਵੀ ਬੜਾ ਗਰਬ ਹੰਕਾਰ ਸੀ ਵੀ ਮੈਂ ਵੀ ਬੜਾ ਵਿਦਵਾਨ ਹਾਂ। ਜਦੋਂ ਕੋਈ ਸਾਧੂ ਸੰਤ ਆਉਂਦਾ ਕਾਂਸ਼ੀ ਵਿੱਚ ਤੇ ਮੈਂ ਉਹਦੇ ਅੱਗੇ ਹੋ ਕੇ ਕਹਿੰਦਾ ਸਾਂ ਮੇਰੇ ਨਾਲ ਚਰਚਾ ਕਰ, ਤੇ ਜੇ ਕੋਈ ਨਹੀਂ ਕਰਦਾ ਤੇ ਮੈਂ ਉਹਨਾਂ ਨੂੰ ਬੋਲ ਕਬੋਲ ਬੋਲਦਾ ਵੀ ਐਵੇਂ ਆ ਲਾਜ ਲਾਈ ਹੈ ਭੰਗਵਾਂ ਵੇਸ ਪਾ ਕੇ ਤੁਸਾਂ ਨੇ। ਇਵੇਂ ਮੈਂ ਕਹਿ ਛੱਡਦਾ, ਬਹੁਤ ਸਾਧੂਆਂ ਨੂੰ ਜਲੀਲ ਕਰਦਾ। ਇੱਕ ਦਿਨ ਸਾਧੂ ਜਿਹੜੇ ਕਮਾਈ ਵਾਲੇ ਆ ਗਏ, ਉਹਨਾਂ ਸਾਧੂਆਂ ਨੂੰ ਮੈਂ ਕਿਹਾ ਵੀ ਸਾਧੂ ਜੀ ਐਵੇਂ ਨਾਲ ਚਰਚਾ ਕਰੋ। ਉਹ ਸਾਧੂ ਕਹਿਣ ਲੱਗੇ ਵੀ ਸਾਨੂੰ ਤੇ ਅਸੀਂ ਪੜ੍ਹੇ ਕੋਈ ਨਹੀਂ, ਸਾਨੂੰ ਚਰਚਾ ਕੋਈ ਨਹੀਂ ਆਉਂਦੀ। ਮੈਂ ਕਿਹਾ ਵੀ ਤੁਹਾਨੂੰ ਚਰਚਾ ਨਹੀਂ ਆਉਂਦੀ, ਆ ਭਗਵਾ ਵੇਸ ਪਾ ਕੇ ਕਾਹਨੂੰ ਲੋਕਾਂ ਨੂੰ ਪਾਗਲ ਬਣਾਇਆ। ਇਹ ਤੁਹਾਨੂੰ ਭਗਵਾ ਵੇਸ ਨੂੰ ਐਵੇਂ ਤੁਸੀਂ ਲਾਜ ਹੀ ਲਾਈ ਹੈ, ਤੁਹਾਨੂੰ ਚਾਹੀਦਾ ਨਹੀਂ ਇਹ ਭਗਵਾ ਵੇਸ ਪਾਉਣਾ, ਨਹੀਂ ਤੇ ਤੁਹਾਨੂੰ ਪੜ੍ਹਨਾ ਚਾਹੀਦਾ ਹੈ। ਉਹ ਸਾਧੂ ਕਹਿਣ ਲੱਗੇ ਵੀ ਦੇਖੋ ਇੰਨਾ ਕੁਝ ਪੜ੍ਹ ਕੇ ਵੀ ਪਰਮੇਸ਼ਰ ਦਾ ਨਾਮ ਹੀ ਜਪਣਾ, ਤੇ ਅਸੀਂ ਜਪ ਰਹੇ ਹਾਂ ਨਾਮ, ਹੋਰ ਕੀ ਚਾਹੀਦਾ ਹੈ। ਇਹ ਕਹਿਣ ਲੱਗਾ ਨਹੀਂ ਨਹੀਂ ਤੁਹਾਨੂੰ ਪੜ੍ਹਨਾ ਚਾਹੀਦਾ ਹੈ, ਇਹ ਹਟਿਆ ਹੀ ਨਹੀਂ। ਫਿਰ ਉਹ ਸਾਧੂ ਨੇ ਬੋਲਿਆ, ਸਾਧੂ ਬੋਲੇ ਸਹਿਜ ਸੁਭਾਏ, ਕਹਿਣ ਲੱਗੇ ਬਿਸ਼ਨ ਦੱਤ ਪੜ੍ਹ ਵਿਦਵਾਨ, ਪੜ੍ਹ ਤੇ ਤੂੰ ਬਹੁਤ ਲਿਆ ਹੈ, ਵਿਦਵਾਨ ਤੂੰ ਬਹੁਤ ਤਗੜਾ ਬਣ ਗਿਆ ਹੈ, ਪਰ ਉਹ ਹੰਕਾਰ ਕਰਕੇ ਤੈਨੂੰ ਹਜੇ ਤੱਕ ਤੈਨੂੰ ਸ਼ਾਂਤੀ ਕੋਈ ਨਹੀਂ ਆਈ ਹੈ। ਪੜ੍ਹ ਕੇ ਵੀ ਤੂੰ ਇੰਨਾ ਬੋਲੀ ਜਾਂਦਾ ਹੈ, ਕੁੱਤਿਆਂ ਵਾਂਗ ਹੀ ਭੌਂਕ ਰਿਹਾ ਹੈ, ਕੀ ਫਾਇਦਾ ਤੇਰੇ ਪੜ੍ਹਨ ਦਾ ਜੇ ਤੂੰ ਪੜ੍ਹ ਕੇ ਤੇ ਸਾਧੂਆਂ ਨੂੰ ਜਲੀਲ ਹੀ ਕਰਨਾ ਹੈ। ਕਿ ਪੜ੍ਹ ਕੇ ਤੇ ਰਹਿਣਾ ਸੀ ਸ਼ਾਂਤ, ਪਰਮੇਸ਼ਰ ਦਾ ਨਾਮ ਲੈਣਾ, ਤੇ ਤੂੰ ਤੇ ਜਿਹੜਾ ਹੈ ਭੌਂਕੀ ਜਾਂਦਾ ਹੈ, ਭੌਂਕੀ ਜਾਂਦਾ, ਜਾ ਜਾ ਕੇ ਕੁੱਤਾ ਬਣ ਤੇ ਭੌਂਕਦਾ ਰਹਿ। ਫਿਰ ਮੈਂ ਉਹ ਸੰਤਾਂ ਦੇ ਕਹਿਣ ਕਰਕੇ ਕੁੱਤੇ ਦੀ ਜੂਨ ਵਿੱਚ ਪਿਆ। ਗੋਪਾਲ ਦੱਤ ਮੇਰੇ ਪੋਤਰੇ, ਹੁਣ ਇਹ ਤੇ ਆਪ ਪਰਮੇਸ਼ਰ ਤੁਹਾਡੇ ਕੋਲ ਆਏ ਆ ਪੂਰਨ, ਉਹ ਸਾਧੂ ਦੇ ਕਹਿਣ 'ਤੇ ਮੈਨੂੰ ਕੁੱਤਾ ਬਣਨਾ ਪੈ ਗਿਆ, ਤੇ ਤੁਹਾਡਾ ਪਤਾ ਨਹੀਂ ਕੀ ਹੋਵੇਗਾ। ਜਿਹੜੇ ਇਸ ਪੂਰਨ ਗੁਰੂ ਪੂਰਨ ਪਰਮੇਸ਼ਰ ਦੇ ਨਾਲ ਹੀ ਐਵੇਂ ਕਹਿ ਰਹੇ ਕਿ ਚਰਚਾ ਕਰੋ ਸਾਡੇ ਨਾਲ। ਫਿਰ ਇਹ ਜਿਹੜੇ ਦੋਵੇਂ ਮਹਾਰਾਜ ਦੇ ਚਰਨੀ ਪੈ ਗਏ ਸਨ, ਤੇ ਇਹਨਾਂ ਨੇ ਮਾਫੀ ਮੰਗੀ। ਤੇ ਉਹ ਬਿਸ਼ਨ ਦੱਤ ਨੇ ਕਿਹਾ ਸੀ ਕਿ ਮੇਰਾ ਇਹਨਾਂ ਦੀ ਕਿਰਪਾ ਨਾਲ ਹੀ ਉਧਾਰ ਹੋ ਰਿਹਾ ਅੱਜ। ਗੁਰੂ ਨਾਨਕ ਸਾਹਿਬ ਜੀ ਨੇ ਉਹਦਾ ਬਿਸ਼ਨ ਦੱਤ ਦਾ ਵੀ ਉਧਾਰ ਕੀਤਾ, ਜੂਨਾਂ 'ਚੋਂ ਕੱਢਿਆ, ਇਹਨਾਂ ਨੂੰ ਵੀ ਸਿੱਖਿਆ ਦਿੱਤੀ ਉੱਤਮ। ਤੇ ਉੱਥੇ ਸੈਸਕ੍ਰਿਤੀ ਦੇ ਜਿਹੜੇ ਸਲੋਕ ਆਉਂਦੇ ਆਰੰਭਤਾ ਵਾਲੇ, ਗੁਰੂ ਨਾਨਕ ਸਾਹਿਬ ਜੀ ਨੇ ਫਿਰ ਸ਼ਬਦ ਉਚਾਰਨ ਕਰਕੇ ਇਹਨਾਂ ਨੂੰ ਸਿੱਖਿਆ ਦਿੱਤੀ ਸੀ। ਉਹ 3-4 ਸ਼ਬਦ ਉਚਾਰਨ ਕੀਤੇ। ਪੜ੍ਹ ਪੁਸਤਕ ਸੰਧਿਆ ਬਾਦਨ, ਸਿਰ ਪੂਜ ਸੁਬਗਲ ਸਮਾਦਨ, ਮੁਖ ਝੂਠ ਵਿਭੂਖਣ ਸਾਰਨ, ਤ੍ਰੈਪਾਲ ਤਿਹਾਲ ਵਿਚਾਰਨ, ਗਲ ਮਾਲਾ ਤਿਲਕ ਲਲਾਟਨ, ਲੋਇ ਧੋਤੀ ਵਸਤਰ ਕਪਾਟਨ, ਜੋ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੈ ਕਰਮੰ, ਕਹੋ ਨਾਨਕ ਨਿਸ਼ਚੈ ਧਿਆਵੈ ਬਿਨ ਸਤਿਗੁਰ ਬਾਟ ਨਾ ਪਾਵੇ। ਗੁਰੂ ਤੋਂ ਬਿਨਾਂ ਰਸਤਾ ਨਹੀਂ ਪਾਇਆ ਜਾ ਸਕਦਾ। ਇਹਨਾਂ ਨੂੰ ਸਿੱਖਿਆ ਦਿੱਤੀ ਸੀ। ਫਿਰ ਇਹ ਮਹਾਰਾਜ ਦੇ ਚਰਨੀ ਪਏ ਸਨ। ਕਹਿੰਦੇ ਹਨ ਜਿਵੇਂ ਚਿੱਟਾ ਕਵਲ ਫੁੱਲ ਹੁੰਦਾ ਹੈ, ਇਸੇ ਤਰ੍ਹਾਂ ਕਾਂਸ਼ੀ ਦੇ ਵਿੱਚ ਮਹਾਰਾਜ ਦੀ ਉਜਲ ਕੀਰਤੀ ਚਿੱਟੀ ਵਡਿਆਈ ਵਿਰਾਜਮਾਨ ਹੈ। ਸੁਦਾ ਸਮ ਸੁਦਾ ਸਰ, ਜਿਹੜਾ ਅੰਮ੍ਰਿਤਸਰ ਹੈ ਉਹਦੇ ਵਿੱਚ ਅੰਮ੍ਰਿਤ ਵਰਗੀ ਮਹਾਰਾਜ ਜੀ ਦੀ ਵਡਿਆਈ ਵਿਰਾਜਮਾਨ ਹੈ। ਗੁਰੂ ਨਾਨਕ ਸਾਹਿਬ ਜਦੋਂ ਖਡੂਰ ਸਾਹਿਬ ਜਾਂਦੇ ਸੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਮਿਲਣ ਵਾਸਤੇ, ਤੇ ਉਦੋਂ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਦੀ ਲੰਘਦੇ ਹੁੰਦੇ ਸੀ। ਇਹ ਤਾਂ ਹੀ ਸਥਾਨ ਪ੍ਰਗਟ ਹੋਇਆ। ਅੱਜ ਜਿਹੜੇ ਕੂੜ ਪ੍ਰਚਾਰ ਕਰਨ ਵਾਲੇ ਕਹਿੰਦੇ ਹਰਿਮੰਦਰ ਸਾਹਿਬ ਸਾਡਾ ਕੋਈ ਮਤਲਬ ਨਹੀਂ ਹੈ, ਇਹ ਤੇ ਪ੍ਰਿਥੀ ਚੰਦ ਦਾ ਜਿਹੜਾ ਅੱਗੇ ਕੋਈ ਪੁੱਤ ਪੋਤਰਾ ਹੋਇਆ ਹਰ ਜੀ ਉਹਦੇ ਨਾਂ 'ਤੇ ਹਰਿਮੰਦਰ ਬਣਿਆ ਹੋਇਆ। ਇਵੇਂ ਉਹ ਕੂੜ ਪ੍ਰਚਾਰ ਕਰਦੇ ਹੈ।
ਪਰ ਅੰਮ੍ਰਿਤਸਰ ਤੇ ਤਾਂ ਬਣਿਆ ਹੈ, ਜੁਗਾਂ ਜੁਗਾਂ ਦੇ ਅਵਤਾਰ ਇੱਥੇ ਆਏ ਹੈ। ਤੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੀ ਹੁੰਦੇ ਰਹੇ, ਇੱਥੋਂ ਐਦੀ ਇਸ ਜਗ੍ਹਾ ਦੇ ਕੋਲ ਦੀ ਲੰਘਦੇ ਰਹੇ। ਅੰਮ੍ਰਿਤਸਰ ਵਿੱਚ ਅੰਮ੍ਰਿਤ ਵਰਗੀ ਹੈ ਮਹਾਰਾਜ ਦੀ ਕੀਰਤੀ। ਦਿੱਲੀ ਦੁੱਧ ਸੋਹੀਏ, ਦਿੱਲੀ ਦੇ ਵਿੱਚ ਦੁੱਧ ਵਰਗੀ ਸੋਭਨੀਕ ਹੋ ਰਹੀ ਹੈ। ਜਦੋਂ ਦਿੱਲੀ ਵਿੱਚ ਗੁਰੂ ਨਾਨਕ ਸਾਹਿਬ ਜੀ ਗਏ, ਉੱਥੇ ਜਿਹੜਾ ਹਾਥੀ ਜਿੰਦਾ ਕੀਤਾ ਸੀ ਮਰਿਆ ਹੋਇਆ ਮੁਹਾਵਤ ਦਾ, ਜੋ ਬੜਾ ਰੋ ਰਿਹਾ ਸੀ ਕਿਉਂਕਿ ਉਹਦੀ ਰੋਟੀ, ਉਹਦੀ ਕਿਰਤੀ ਉਹਦੀ ਉਹ ਹਾਥੀ ਤੋਂ ਸੀ। ਉਹ ਬੜਾ ਵਿਚਾਰਾ ਕੁਰਲਾ ਰਿਹਾ ਸੀ। ਮਹਾਰਾਜ ਜੀ ਨੇ ਫਿਰ ਭਾਈ ਮਰਦਾਨਾ ਜੀ ਨੂੰ ਕਹਿ ਕੇ ਉਹ ਜਲ ਛੜਕਾ ਕੇ ਸਤਿਨਾਮ ਵਾਹਿਗੁਰੂ ਕਹਿ ਕੇ ਤੋਂ ਹਾਥੀ ਜੀਵਤ ਕੀਤਾ ਸੀ। ਜਦੋਂ ਬਾਦਸ਼ਾਹ ਨੂੰ ਪਤਾ ਲੱਗਾ ਵੀ ਕੋਈ ਸਾਧੂ ਫਕੀਰ ਆ ਜਿਹੜਾ ਹਾਥੀ ਜਿੰਦਾ ਕਰ ਦਿੱਤਾ ਹੈ, ਉਹਨੇ ਆਪਣਾ ਕਾਜੀ ਨੂੰ ਪ੍ਰੇਰ ਕੇ ਘੱਲਿਆ। ਕਾਜੀ ਇੱਥੇ ਆ ਕੇ ਔਖਾ ਜਿਹਾ ਹੋਣ ਲੱਗਾ, ਕਹਿੰਦਾ ਵੀ ਆ ਤੁਸਾਂ ਨੇ ਕੀ ਹਾਥੀ ਜਿੰਦਾ ਕੀਤਾ ਹੈ? ਮਹਾਰਾਜ ਕਹਿੰਦੇ ਵੀ ਅਸੀਂ ਕੌਣ ਹੁੰਨੇ ਜਿੰਦਾ ਕਰਨ ਵਾਲੇ, ਇਹ ਤਾਂ ਪਰਮੇਸ਼ਰ ਦੇ ਭਾਣੇ ਵਿੱਚ ਹੀ ਹੁਕਮ ਹੈ, ਜੰਮਣਾ ਮਰਨਾ ਉਹੀ ਉਹ ਜੀਵਤ ਕਰਨ ਵਾਲਾ, ਉਹੀ ਉਹ ਮਾਰਨ ਵਾਲਾ, ਅਸੀਂ ਥੋੜ੍ਹੀ ਕੀਤਾ ਕੁਝ। ਕਹਿਣ ਲੱਗਾ ਨਹੀਂ, ਜੇ ਤੁਸਾਂ ਨੇ ਕੀਤਾ ਹੈ ਜਿੰਦਾ ਤੇ ਹੁਣ ਤੁਸੀਂ ਮਾਰ ਕੇ ਦਿਖਾਓ, ਮੈਂ ਤੁਹਾਨੂੰ ਮੰਨਾਂ। ਮਹਾਰਾਜ ਕਹਿੰਦੇ ਜੇ ਪਰਮੇਸ਼ਰ ਨੂੰ ਭਾਵੇਗਾ ਤੇ ਆਪੇ ਮਰ ਵੀ ਜਾਏਗਾ। ਮੁਹਾਵਤ ਵਿਚਾਰਾ ਤੇ ਫਿਕਰ ਕਰੇ ਵੀ ਮੇਰਾ ਹਾਥੀ ਮਰ ਨਾ ਜਾਵੇ, ਇਹ ਕਾਜੀ ਹਟਿਆ ਹੀ ਨਹੀਂ ਬੋਲਣੋਂ। ਫਿਰ ਗੁਰੂ ਨਾਨਕ ਸਾਹਿਬ ਜੀ ਨੇ ਉਹ ਕਿਹਾ ਕਿ ਹਾਥੀ ਮਾਰੀ ਜਾਏਗਾ, ਜੇ ਤੂੰ ਕਹਿਣਾ ਤੇ ਉਹ ਹਾਥੀ ਜਿਹੜਾ ਚੜ੍ਹਾਈ ਕਰ ਗਿਆ। ਮੁਹਾਵਤ ਵਿਚਾਰਾ ਰੋਵੇ, ਮਹਾਰਾਜ ਮੇਰੀ ਤੇ ਇੱਥੋਂ ਰੋਟੀ ਰੋਜੀ ਚੱਲਦੀ ਹੈ, ਇਹ ਕਾਜੀ ਦਾ ਕੀ ਜਾਣਾ, ਆਪ ਜਿੰਦਾ ਕਰੋ ਹਾਥੀ। ਫਿਰ ਸਤਿਨਾਮ ਵਾਹਿਗੁਰੂ ਕਹਿ ਕੇ ਜਲ ਛੱਡ ਕੇ ਹਾਥੀ ਜੀਵਤ ਕੀਤਾ ਸੀ। ਉਹ ਕਾਜੀ ਨੂੰ ਸਿੱਧੇ ਰਾਹ ਪਾਇਆ, ਕਾਜੀ ਵੀ ਹੈਰਾਨ ਹੋ ਗਿਆ ਸੀ। ਫਿਰ ਉੱਥੇ ਮਹਾਰਾਜ ਜੀ ਨੇ ਸਾਡੇ ਵਰਗਿਆਂ ਨੂੰ ਸਿੱਖਿਆ ਦਿੱਤੀ, ਜਿਹੜੇ ਕਹਿੰਦੇ ਵੀ ਅਸੀਂ ਦਾਨ ਕਿਵੇਂ ਕਰੀਏ, ਸਾਡੇ ਕੋਲ ਹੈ ਕੀ ਹੈ। ਤੇ ਗੁਰੂ ਨਾਨਕ ਸਾਹਿਬ ਜੀ ਠੰਡਾ ਜਲ ਜਿਹੜਾ ਵਰਤਾਉਣ ਲੱਗ ਪਏ। ਠੰਡਾ ਜਲ ਵਰਤਾਉਣ ਆਉਂਦੇ ਜਾਂਦੇ ਰਾਹੀਂ ਨੂੰ ਛਕਾਉਣ ਲੱਗ ਪਏ। ਜਿਹੜਾ ਪੀਵੇ ਉਹ ਬੜਾ ਖੁਸ਼ ਹੋਵੇ। ਉਹ ਸਿੱਖਿਆ ਹੀ ਸਾਨੂੰ ਦਿੱਤੀ ਹੈ ਵੀ ਜੇ ਕੁਝ ਨਹੀਂ ਹੈਗਾ ਭਾਈ, ਜਲ ਤੇ ਹੈ ਹੀ, ਫਿਰ ਠੰਡੇ ਜਲ ਦੀ ਸੇਵਾ ਕਰ ਲਾ। ਤੂੰ ਦਾਨ ਹੀ ਕਰਨਾ ਹੈ, ਸੀਸਾਂ ਹੀ ਲੈਣੀਆਂ ਤੇ ਉਹ ਠੰਡੇ ਜਲ ਦੀ ਸੇਵਾ ਕਰ ਲਾ। ਉੱਥੇ ਸਥਾਨ ਬਣਿਆ ਹੈ ਗੁਰਦੁਆਰਾ ਨਾਨਕ ਪਿਆਓ। ਦਿੱਲੀ ਦੇ ਵਿੱਚ ਮਹਾਰਾਜ ਨੇ ਹਾਥੀ ਜੀਵਤ ਕੀਤਾ, ਉਹ ਜਲ ਛਕਾਇਆ, ਬੇਅੰਤ ਸੰਗਤਾਂ ਤਾਰੀਆਂ, ਜਿਸ ਕਰਕੇ ਦਿੱਲੀ ਦੇ ਵਿੱਚ ਦੁੱਧ ਵਰਗੀ ਮਹਾਰਾਜ ਜੀ ਦੀ ਕੀਰਤੀ ਸੋਭਨੀਕ ਹੋ ਰਹੀ ਹੈ। ਜੌਨ ਜੈਸੀ ਜੋਧਪੁਰ, ਜੋਧਪੁਰ ਵਿੱਚ ਚੰਦਰਮਾ ਦੀ ਜਿਵੇਂ ਚਾਂਦਨੀ ਚਿੱਟੀ ਹੁੰਦੀ ਹੈ, ਇਸ ਤਰ੍ਹਾਂ ਦੀ ਫੈਲ ਰਹੀ ਹੈ। ਸ਼ੇਸ ਸੀਸ ਸੁਮੇਰ ਪਰ, ਜਿਹੜਾ ਸੁਮੇਰ ਪਰਬਤ ਹੈ, ਜਦੋਂ ਗੁਰੂ ਨਾਨਕ ਸਾਹਿਬ ਜੀ ਗਏ ਉੱਥੇ ਤੇ ਸਿੱਧ ਗੋਸ਼ਟ ਹੋਈ ਸਿੱਧਾਂ ਨਾਲ। ਉੱਥੇ ਸ਼ੇਸ਼ਨਾਗ ਜੋ ਚਿੱਟੇ ਰੰਗ ਦਾ ਹੈ, ਉੱਜਲ ਰੰਗ ਦਾ, ਉਹਦੇ ਵਰਗੀ ਫੈਲ ਰਹੀ ਹੈ ਕੀਰਤੀ। ਚੰਦਨ ਸੇ ਚੀਨ ਓਮ ਚੀਨ ਮਾਹੇ ਜੋਹੀਏ, ਜਿਹੜਾ ਹੈ ਚੀਨ ਤੇ ਫਿਰ ਮਚੀਨ, ਇਹ ਤਿੱਬਤ, ਇਹਨਾਂ ਦੇਸ਼ਾਂ 'ਚ ਮਹਾਰਾਜ ਗਏ। ਇੱਕ ਚੰਦਨ ਲਾਲ ਫੁੱਲਾਂ ਵਾਲਾ, ਇੱਕ ਚਿੱਟੇ ਫੁੱਲਾਂ ਵਾਲਾ। ਉਹ ਚਿੱਟੇ ਫੁੱਲ ਵਾਲਾ ਜਿਹੜਾ ਚੰਦਨ ਹੈ, ਉਹ ਚਿੱਟਿਆਂ ਫੁੱਲਾਂ ਵਰਗੀ ਚੰਦਨ ਦੇ ਚੀਨ ਤੇ ਮਚੀਨ ਵਿੱਚ ਮਹਾਰਾਜ ਦੀ ਕੀਰਤੀ ਵੇਖੀ ਜਾਂਦੀ, ਤੱਕੀ ਜਾਂਦੀ ਹੈ। ਨੇਪਾਲ ਮੈਂ ਨਹਕ ਸੀ, ਨੇਪਾਲ ਦੇ ਵਿੱਚ ਹੀਰੇ ਚਿੱਟੇ ਵਰਗੀ ਮਹਾਰਾਜ ਦੀ ਵਡਿਆਈ ਫੈਲੀ ਹੈ। ਕਮਾਊ ਮੈਂ ਕਪਾਸ ਸੀ, ਕਮਾਊ ਜਿਹੜਾ ਪਹਾੜ ਹੈ, ਉਹਦੇ ਵਿੱਚ ਜਿਵੇਂ ਕਪਾਹ ਦੇ ਫੁੱਲ ਚਿੱਟੇ ਹੁੰਦੇ, ਐਸੀ ਕੀਰਤੀ ਫੈਲੀ ਹੋਈ ਹੈ। ਹਿਸਾਰ ਕੋਟ ਹਿਮ ਸੀ ਸੁਖਦ ਅਵਰੋਹੀਏ, ਜਿਹੜਾ ਹਿਸਾਰ ਕੋਟ, ਹਿਸਾਰ ਤੇ ਕੋਟ ਹੈ, ਇਹ ਸ਼ਹਿਰਾਂ ਵਿੱਚ ਮਹਾਰਾਜ ਜਦੋਂ ਵਿਚਰੇ ਹੈ, ਇਹਨਾਂ ਵਿੱਚ ਜਿਵੇਂ ਹਿਮ ਬਰਫ਼ ਹੁੰਦੀ ਚਿੱਟੀ, ਐਸੀ ਵਡਿਆਈ ਫੈਲ ਰਹੀ ਹੈ ਬਰਫ਼ ਵਰਗੀ। ਆਠੋਂ ਦਿਗ ਪਾਲਣ ਕੇ, ਸੁਖਦ ਅਵਰੋਈ, ਸੁਖ ਦੇਣ ਵਾਲੀ ਆ ਵਿਚਾਰੀ ਜਾਂਦੀ, ਦੇਖੀ ਜਾਂਦੀ ਹੈ। ਆਠੋਂ ਦਿਗ ਪਾਲਣ ਕੇ ਦਸਨ ਪੈ ਜਾਏ ਟਿਕੀ, ਜਿਹੜੇ 8 ਦਿਗਪਾਲ ਹੈ, ਦਿਸ਼ਾਵਾਂ ਨੂੰ ਪਾਲਣ ਵਾਲੇ ਹੈ, ਉਹਨਾਂ ਦਿਸ਼ਾਵਾਂ ਦੇ ਪਾਲਣ ਵਾਲੇ ਜਿਹੜੇ ਹਾਥੀ ਹੈ, 8 ਹਾਥੀ ਮੰਨੇ ਗਏ ਦਿਸ਼ਾਵਾਂ ਨੂੰ ਪਾਲਣ ਵਾਲੇ, ਜਿਹਨਾਂ ਨੂੰ ਦਿਗਪਾਲਣ ਕਿਹਾ ਜਾਂਦਾ ਹੈ। ਉਹਨਾਂ ਦੇ ਜਿਹੜੇ ਦੰਦ ਹੈ ਚਿੱਟੇ, ਉਹਨਾਂ ਉੱਪਰ ਗੁਰੂ ਜੀ ਦੀ ਚਿੱਟੀ ਵਡਿਆਈ ਜਿਹੜੀ ਹੈ
ਉਹ ਜਾ ਟਿਕੀ ਹੈ। जहाँ तह देखिए सबन मन मोहिए। ਜਿੱਥੇ ਕਿੱਥੇ ਵੀ ਦੇਖੀਏ ਸਾਰਿਆਂ ਦੇ ਮਨ ਨੂੰ ਸਤਿਗੁਰ ਜੀ ਦੀ ਕੀਰਤੀ ਵਡਿਆਈ ਨੇ ਮੋਹਿਆ ਹੋਇਆ। ਸਭ ਪਾਸੇ ਧੰਨ ਗੁਰੂ ਨਾਨਕ ਹੀ ਹੁੰਦੀ ਹੈ। ਇਸ ਤਰ੍ਹਾਂ ਮਹਾਰਾਜ ਦੀ ਜਿਹੜੀ ਕੀਰਤੀ ਵਡਿਆਈ ਸਭ ਪਾਸੇ ਫੈਲ ਰਹੀ ਹੈ, ਅੱਜ ਤੱਕ ਫੈਲ ਰਹੀ। ਜਿਹੜੇ ਗੁਰੂ ਤੇ ਸ਼ਰਧਾ ਰੱਖਣ ਵਾਲੇ ਹੈ, ਮਹਾਰਾਜ ਜੀ ਨੇ ਇਹ ਜਿੱਥੇ ਜਿੱਥੇ ਜਾ ਕੇ ਭੁੱਲਿਆਂ ਭਟਕਿਆਂ ਨੂੰ ਸਿੱਧੇ ਰਾਹ ਪਾਇਆ, ਗਿਆਨ ਦਾ ਰਸਤਾ ਦਿਖਾਇਆ। ਜਿਹੜੇ ਜਿਹੜੇ ਇਲਾਕਿਆਂ ਦੇਸ਼ਾਂ ਵਿੱਚ ਗਏ, ਕਵੀ ਸਾਹਿਬ ਜੀ ਉਹ ਵੀ ਨਾਲ ਦੀ ਨਾਲ ਜਣਾ ਰਹੇ ਵੀ ਜਿੱਥੇ ਮਹਾਰਾਜ ਨੇ 4 ਉਦਾਸੀਆਂ ਕੀਤੀਆਂ ਅਤੇ ਨਾ ਮਹਾਰਾਜ ਜੀ ਦੀ ਨਾਲੇ ਵਡਿਆਈ ਫੈਲੀ, ਉਹਨਾਂ ਦੇ ਨਾਵਾਂ ਦੇ ਸਮੇਤ ਉੱਜਲ ਚਿੱਟੇ ਰੰਗ ਦੇ ਨਾਲ ਪ੍ਰਮਾਣ ਦੇ ਕੇ ਇੱਥੇ ਦਰਸਾ ਰਹੇ ਹਨ। ਬੜੀ ਵਿਸ਼ਾਲ ਬੁੱਧੀ ਨਾਲ, ਕਿਉਂਕਿ ਬੜੀ ਤੇਜ਼ ਬੁੱਧੀ ਹੋਵੇ ਅਤੇ ਇੰਨਾ ਜਿਹੜਾ ਸੋਚ ਵਿਚਾਰ ਕੇ ਨਾਲੇ ਦੇਸ਼ਾਂ ਦੇ ਨਾਮ ਲਿਖਣੇ, ਨਾਲੇ ਚਿੱਟੇ ਰੰਗ ਦੀ ਤੁਲਨਾ ਕਰਨੀ, ਦ੍ਰਿਸ਼ਟਾਂਤ ਦੇਣੇ ਬੜੇ ਔਖੇ ਹਨ। ਇਹ ਤਾਂ ਪੂਰਨ ਗੁਰੂ ਕੇ ਸਿੱਖ ਭਾਈ ਸੰਤੋਖ ਸਿੰਘ ਜੀ ਵਰਗੇ ਕਰ ਸਕਦੇ ਹਨ। ਹੁਣ ਆਪਣਾ ਸਮਾਂ ਇੱਥੇ ਪੂਰਾ ਹੋ ਗਿਆ। ਜਿਵੇਂ ਕਥਾ ਵਿਚਾਰ ਆ ਕੇ ਆਪਾਂ ਸਰਵਣ ਕਰਾਂਗੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣਾ ਹੈ, ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅਖੀਰਲੀਆਂ 2 ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਨਿਪਾਲ ਮੈਨ ਹਕ ਸੀ ਕਮਾਊ ਮੈਂ ਕਪਾਸ ਸੀ। ਹਿਸਾਰ ਕੋਟ ਹਿਮ ਸੀ ਸੁਖਦ ਅਵਰੋਹੀਏ। 8 ਦਿਗ ਪਾਲਨ ਕੇ ਦਸਨ ਪੈ ਜਾਏ ਟਿਗੀ। जहाँ तह देखिए सबन मन मोहिए। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।